सतनाम वाहिगुरु साहिब जी। तुद आगे अरदास हमारी, जियो पिंडा सब तेरा। कहो नानक सब तेरी वड्याई, कोई नाओ न जाने मेरा। कृपा करो दीन की दाते, मेरा गुण अवगण ना विचारो कोई। माटी का क्या धोपै स्वामी, मानुष की गत एही। इक उत्तम पंथ सुनियो गुर संगत, तिहि मिलंत जम त्रास मिटाई। इक अरदास पाट कीरत की, गुर रामदास राखो शरनाई। जुगो जुग अटल भगत वशल, किरपा निदान जगत दी कलौती आस। रूहानीयत ज्ञान दे सागर शब्द गुरु गुरु ग्रंथ साहिब जी दी पावन पवित्र हजूरी दे अंदर सुभाईमान गुरु रूप गुरु प्यारी साध संगत जी। आओ सब तो पहला बख्शिंद पिता सरबंस दानी अमृत के दाते साहिबे कमाल गुरु गोबिंद सिंह जी महाराज जियां दी बख्शिश कीती गुरफतेह दी सांझ करिए जी। वाहिगुरु जी का खालसा वाहिगुरु जी की फतेह। गुरु साहब जी दी अपार बख्शिश रहमत हुई है कि अज असी साहिब श्री गुरु हरकृष्ण साहब जी महाराज जियां दे पावन स्थान गुरद्वारा श्री बंगला साहब जी विखे नेम दे नाल हाजरियां भर के जिथे दास तो पहला रागी साहबाना दे कोलों अलाही बाणी धुरकी बाणी दे कीर्तन सरवण कीते, आसा जी दी वार दे जाप कीर्तन दे रूप विच सरवण कीते ने। उत्थे चल रही लड़ीवार कथा दे विचार दे विच अज आपां गुरु रामदास महाराज जियां दी बख्शिश प्राप्त करन वाले भट्ट साहबाना दे जो उन्हां दे अंदर गुरु साहब प्रति अथाह प्यार शरधा अते जो इस अस्थान तो आके उन्हां ने ग्रहण कीता, उन्हां ने कलम दे राही उस अकाल पुरख पिता वल्लों नाजल होया ज्ञान जो कलम दे नाल लिख के संसार नूं उस दे उपदेश अनुसार जीवन बतीत करन वास्ते जो ये वड्डी सेवा उन्हां कमाई है, उस रचना दे विच गुरु रामदास महाराज जियां दे अंदर उस अकाल पुरख दे वासे नूं भट्ट साहबान जी अज दे सवैये विच दर्शाउंदे कि प्रतख तौर ते वो अकाल पुरख पिता जी जिहड़ा संसार दा करनहारा है, जो संसार नूं पैदा करदा, संसार दी संभाल करदा, संसार दा संघार करदा, वो परमात्मा गुरु रामदास महाराज जियां दे हिरदे दे अंदर निवास करदा है। सो ये विचार आपां जिहड़ी अज दे इस शब्द दे अंदर जो गुरु साहब जी कृपा करके
ਆਪਣੀ ਸੇਵਾ ਆਪ ਲੈ ਲੈਣ। ਤੇ ਮੈਂ ਨਾਲ ਇਹ ਵੀ ਬੇਨਤੀ ਕਰਾਂ ਕਿ ਜਿਸ ਅਸਥਾਨ ਦੇ ਉੱਪਰ ਬੈਠੇ ਹੈ, ਜਿਸ ਗੁਰੂ ਹਰਕ੍ਰਿਸ਼ਨ ਮਹਾਰਾਜ ਜੀਆਂ ਦੇ ਦਰ ਦੇ ਉੱਪਰ ਅਸੀਂ ਆਉੜੇ ਹੈ, ਮੈਂ ਇੱਥੋਂ ਗੱਲ ਆਰੰਭ ਕਰਕੇ ਫਿਰ ਇਸ ਆਪਣੇ ਪ੍ਰਕਰਨ ਦੇ ਵੱਲ ਆਵਾਂਗਾ। ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਰਥਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਉਹ ਮਹਾਨ ਰਚਨਾ ਜੋ ਅਸੀਂ ਅਰਦਾਸ ਦੇ ਰੂਪ ਦੇ ਅੰਦਰ ਪੜ੍ਹਦੇ ਹਾਂ, ਰੋਜ਼ ਹੀ ਪੜ੍ਹਦੇ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਕਿ ਜਿਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੂੰ ਆਰਾਧਨ ਦੇ ਨਾਲ, ਉਹਨਾਂ ਦਾ ਧਿਆਨ ਧਰਨ ਦੇ ਨਾਲ ਸੰਸਾਰ ਦੇ ਆਦ ਵਿਆਦ ਦੇ ਦੁੱਖ ਜਿਹੜੇ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਤੇ ਇਸ ਕਰਕੇ ਵੱਡਿਆਂ ਭਾਗਾਂ ਵਾਲੇ ਹੈ ਅਸੀਂ ਇਹਨਾਂ ਸਥਾਨਾਂ ਦੇ ਉੱਪਰ ਜਿਨ੍ਹਾਂ ਨੂੰ ਮਾਲਕ ਜੀ ਤਰਸ ਕਰਕੇ, ਰਹਿਮਤ ਕਰਕੇ ਦਰਸ਼ਨ ਦਿਦਾਰੇ ਬਖਸ਼ਦੇ ਨੇ, ਉੱਥੇ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਜੋ ਬਖਸ਼ਿਸ਼ਾਂ ਇੱਥੇ ਵਰਤਦੀਆਂ ਨੇ, ਉਹਨਾਂ ਨੂੰ ਜਦੋਂ ਸੰਸਾਰ ਦੇਖਦਾ ਏ ਤੇ ਸ਼ਰਧਾ ਦੇ ਨਾਲ ਉਹਨਾਂ ਦਾ ਸਰੀਰ ਜੋ ਤਨ ਮਨ ਕਰਕੇ ਉਹ ਝੁਕ ਜਾਂਦੇ ਨੇ, ਉਹਨਾਂ ਦਾ ਧਿਆਨ ਗੁਰੂ ਚਰਨਾਂ ਵਿੱਚ ਲੱਗ ਜਾਂਦਾ ਹੈ। ਮੈਨੂੰ ਇੱਕ ਕਵੀ ਦੇ ਬੋਲ ਯਾਦ ਆ ਗਏ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਦਰ ਤੋਂ ਗਿਆਨ ਜੋ ਪ੍ਰਾਪਤ ਉਹਨਾਂ ਕੀਤਾ, ਉਹਨੂੰ ਫਿਰ ਕਲਮ ਦੇ ਨਾਲ ਲਿਖਣ ਦਾ ਉਹਨੇ ਯਤਨ ਕੀਤਾ। ਕਹਿਣ ਲੱਗਾ, ਸੰਸਾਰ ਦੇ ਜੀਵੋ, ਦੇਖੋ ਕਈ ਲੋਕ ਉਸ ਸਮੇਂ ਹੁਣ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਦੇ ਉੱਪਰ ਸਵਾਲ ਖੜੇ ਕਰਦੇ ਸੀ ਤੇ ਕਰਦੇ ਹੋਣਗੇ, ਕਿਉਂਕਿ ਉਸ ਵੇਲੇ ਵੀ ਪੰਡਤ ਲਾਲ ਚੰਦ ਵਰਗਿਆਂ ਸਵਾਲ ਕੀਤੇ ਸੀ। ਹੋਰ ਵੀ ਕਈਆਂ ਬੇਅੰਤ ਸੰਗਤਾਂ ਦੇ ਵਿੱਚੋਂ ਜਿਹੜੇ ਵੀ ਦਰਸ਼ਨ ਕਰਦੇ, ਕਈਆਂ ਦੇ ਮਨ ਦਾ ਤੌਖਲਾ ਸੀ ਕਿ 5 ਸਾਲ ਦੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ ਹੈ। ਕਿਉਂਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਨੂੰ ਦੇਖਦੇ, ਉਹ ਗੁਰੂ ਦੀ ਅਜ਼ਮਤ ਨੂੰ ਨਹੀਂ ਦੇਖਦੇ, ਗੁਰੂ ਦੇ ਤਨ ਨੂੰ ਦੇਖਦੇ ਨੇ। ਤੇ ਉਹ ਕਵੀ ਉਹਨਾਂ ਲੋਕਾਂ ਨੂੰ ਜਵਾਬ ਦਿੰਦਾ ਹੈ, ਕਹਿੰਦਾ ਦੇਖੋ ਜੰਗਲ ਦੇ ਵਿੱਚ ਬੜੇ ਬੜੇ ਵੱਡੇ ਦਰਖਤ ਹੁੰਦੇ ਨੇ, ਕੋਈ 200 ਫੁੱਟ ਕੋਈ 300 ਫੁੱਟ ਤੱਕ ਵੀ ਹੁੰਦੇ ਹੋਣਗੇ, ਪਰ ਉਹਨਾਂ ਦੇ ਵਿੱਚ ਕਹਿੰਦੇ ਸਾਰੇ ਜੰਗਲ ਦੇ ਬੂਟਿਆਂ ਦੇ ਵਿੱਚੋਂ ਚੰਦਨ ਦੇ ਬੂਟੇ ਦਾ ਆਕਾਰ ਭਾਵੇਂ ਛੋਟਾ ਹੁੰਦਾ ਹੈ, ਲੇਕਿਨ ਜਦੋਂ ਮਹਿਕ ਖਿਲਾਰਦਾ ਤੇ ਸਾਰੇ ਜੰਗਲ ਦੇ ਵਿੱਚ ਸੁਗੰਧੀ ਭਰ ਦਿੰਦਾ ਹੈ। ਦੂਜੀ ਉਦਾਹਰਨ ਨੇ ਦਿੱਤੀ ਹੈ, ਸੰਸਾਰ ਦੀਆਂ ਕੀਮਤਾਂ ਦੇ ਬਰਾਬਰ ਹੀਰੇ ਦੀ ਕੀਮਤ ਭਾਵੇਂ ਬਹੁਤ, ਜਦੋਂ ਆਪਾਂ ਦੇਖਦੇ ਉਹਦਾ ਆਕਾਰ ਭਾਵੇਂ ਬਹੁਤ ਛੋਟਾ ਹੈ, ਲੇਕਿਨ ਜਦੋਂ ਉਹਦੀ ਕੀਮਤ ਪੈਂਦੀ ਹੈ ਤੇ ਕਹਿੰਦੇ ਬੇਸ਼ੁਮਾਰ ਪੈਂਦੀ ਹੈ। ਜਿਵੇਂ ਪਾਰਸ ਦੇ ਅੰਦਰ ਕਹਿੰਦੇ ਇਹ ਬਖਸ਼ਿਸ਼ ਹੁੰਦੀ ਹੈ, ਉਹ ਰਹਿਮਤ ਪਰਮਾਤਮਾ ਦੀ ਹੈ ਕਿ ਉਹ ਲੱਖਾਂ ਮਣ ਲੋਹਾ ਵੀ ਉਹਦੇ ਸਾਹਮਣੇ ਆ ਜਾਵੇ, ਉਹ ਪਾਰਸ ਉਹਨੂੰ ਵੀ ਸੋਨਾ ਬਣਾ ਦਿੰਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਇਹ ਜੋਤ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਜ਼ੁਰਗੀ ਸਰੀਰ ਵਿੱਚ ਵੀ ਆ ਕੇ ਉਹੀ ਕਲਾ ਵਰਤਾਉਂਦੀ ਹੈ, ਤੇ ਇਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਲਾ ਪ੍ਰੀਤਮ ਦੇ ਤਨ ਵਿੱਚ ਆ ਕੇ ਵੀ ਉਹੀ ਜੋਤ ਉਸੇ ਤਰ੍ਹਾਂ ਹੀ ਬਖਸ਼ਿਸ਼ਾਂ ਕਰਕੇ ਨਿਹਾਲ ਕਰਦੀ ਹੈ। ਉਹ ਕਵੀ ਕਹਿੰਦਾ ਏ, ਜਿਉਂ ਸਭ ਤੋਂ ਛੋਟਾ ਬਾਵਨ ਚੰਦਨ ਕੁੱਲ ਬਨ ਵਿੱਚ ਮਹਿਕਾਰ ਕਰੇ, ਜਿਉਂ ਹੀਰਾ ਛੋਟਾ ਹੋ ਕੇ ਵੀ ਮੁੱਲ ਆਪਣਾ ਲੱਖ ਹਜ਼ਾਰ ਕਰੇ, ਜਿਉਂ ਪਾਰਸ ਲੱਖ ਮਣ ਲੋਹੇ ਨੂੰ ਸ਼ੋਹੇ ਤੇ ਸੋਨੇ ਹਾਰ ਕਰੇ, ਉਹ ਤਿਉਂ 5 ਸਾਲਾਂ ਦਾ ਬਾਲਾ ਪ੍ਰੀਤਮ ਜਗ ਦੇ ਦੁੱਖ ਨਿਵਾਰ ਕਰੇ। ਉਹ ਪੀੜੇ ਕੋੜੇ ਲੋਕਾਂ ਤੋਂ ਝਟ ਪੈਦਾ ਸ਼ਾਹ ਹਜੂਰ ਕਰੇ, ਗੁਰ 8ਵਾਂ ਰਹਿਮਤ ਕਰਕੇ ਤੇ ਸਭ ਦਾ ਮਨ ਭਰਪੂਰ ਕਰੇ। ਸੋ ਉਸ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦੇ ਅਸੀਂ ਅਸਥਾਨਾਂ ਦੇ ਉੱਪਰ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਜੋ ਪ੍ਰਾਪਤ ਕਰਨ ਦੇ ਵਾਸਤੇ ਪਹੁੰਚੇ ਹੈ, ਤੇ ਲੜੀਵਾਰ ਕਥਾ ਦੇ ਅੰਦਰ ਜੋ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸ਼ਬਦ ਸਰਵਣ ਕੀਤਾ ਹੈ, ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੈ। ਮੈਂ ਇੱਕ ਇੱਥੇ ਬੇਨਤੀ ਕਰਾਂ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਅੰਦਰ ਗੁਣ ਦੇਖ ਕੇ ਭੱਟ ਸਾਹਿਬਾਨ ਗੁਰੂ ਸਾਹਿਬਾਨਾਂ ਦੀ ਮਹਿਮਾ ਨੂੰ ਬਿਆਨ ਕਰਦੇ ਨੇ, ਪਰ ਇਸ ਸਵਈਏ ਦੇ ਅੰਦਰ ਨਾਲ ਨਾਲ ਆਪਾਂ ਦੇਖਾਂਗੇ ਤੇ ਬਹੁਤ ਸਾਰੇ ਅਲਫਾਜ਼ ਪਰਮਾਤਮਾ ਦੇ ਪਰਥਾਏ ਵਰਤੇ ਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਜ਼ਮਤ ਪਰਮਾਤਮਾ ਤੇ ਗੁਰੂ ਕਰਕੇ ਸੰਸਾਰ ਦੇ ਵਿੱਚ ਹੋਈ ਹੈ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਗੁਰੂ ਬਣ ਤੋਂ ਉਪਰੰਤ ਉਹਨਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਤੇ ਗੁਰੂ ਰਾਮਦਾਸ ਮਹਾਰਾਜ ਜੀ ਆਪ ਬਿਆਨ ਕਰਦੇ ਨੇ, ਕਹਿੰਦੇ ਨੇ ਜੋ ਹਮਰੀ
विद होती मेरे सतगुरा, साबिद तुम हर जान हो आपे। हम रुलते फिरते कोई बात ना पूछता, गुर सतगुर संग कीरे हम थापे। गुरु रामदास महाराज जी आप ये गल कह रहे हैं। सो इस करके इत्थे आरंभ वालियां पंक्तियां दे अंदर भट्ट मथरा जी बयान करते ने उस अकाल पुरख के गुणां नूं, उस अकाल पुरख महाराज जियां दे गुणां नूं जिन्हां दे परथाए आपां जदों जपजी साहिब जी दा पाठ करदे है ना, अनेकां ही पौड़ियां विच उस मालिक दी महिमा दा गायन कीता गया। मैं ते एक होर बेनती इस दे नाल ही लगदी करदा जावां कि जपजी साहिब सानू सिख रहत मर्यादा अनुसार जो श्री अकाल तख्त साहिब जी तो आपां उस मर्यादा नूं मनदे हैं, प्रकाशित हुई मर्यादा नूं अपनाउणा है, ये साडा मुढ़ला फर्ज बनदा है। उस दे अंदर भी सानू जदों असीं पढ़दे हैं ते जपजी साहिब अमृत वेले दी बाणी विच पढ़न दा भी हुक्म है। जदों अमृत संचार हुंदा उदों भी जपजी साहिब जी दा पाठ हुंदा है। असीं रोज़ नितनेम विच जपजी साहिब दा पाठ करदे हैं, पर मैं बेनती करां जदों ध्यान ला के आपां बाणी पढ़ीए ना ते इस जपजी साहिब जी दी बाणी दे विच बड़ियां बरकतां ने। जिन्ना जिन्ना असीं इस बाणी दी विचार दी डुंगियाई दे विच जावांगे, साडे सवालां दे जवाब, साडीआं मुश्किलां दे हल, परमात्मा दे बेअंत गुणां दे बारे सानू जपजी साहिब जी तों बहुत कुछ मिल जांदा है। उस मालक अकाल पुरख जी बारे जिस बारे गुरु नानक साहिब जी कहते साचा साहिब साच नाए भाख्या भाव अपार, आखे है मंगे है देह देह दात करे दाता। जिस मालक दे बारे के अंत न सिफती कहन ना अंत, अंत ना करना देन ना अंत। उस मालक दे इन्ने गुण ने कि जिहदे बारे गुरु ग्रंथ साहिब जी दे आपां बचन पढ़दे, ऊच अपार बेअंत स्वामी कौन जाने गुण तेरे, गावते उधरे सुनते उधरे। जिन्ने भी गाउण वाले भी आराधन वाले भी उस मालक दे गुणां नूं गायन करके जीवन दे विच उधार कर जांदे ने। सो इस करके उस अकाल पुरख वाहिगुरू दे गुणां नूं गायन करके असीं उस मालक दे नाल आपां अपने जीवन नूं सफलिया करिए। इस बाणी दे अंदर यही समझाउण दा भट्ट साहिबानां दा सानू अज जिहड़ा मेन जिहड़ा उपदेश है वो यही है। क्यों ये परमात्मा दे गुणां दे नाल असीं जुड़ना, परमात्मा दे नाल मिलाप क्यों करना है, उहदे बारे धन गुरदेव जी कहंदे इस करके क्योंकि साडा सारियां दा मूल परमात्मा वाहिगुरू जी है। असी परमात्मा दे ही पैदा कीते हुए है। जदों गुरु नानक साहिब जियां दे बचन पढ़दे, हुक्मी होवन आकार हुक्म ना कहिया जाए। उस वाहिगुरू दी पैदाइश है, उसे मूल दा ही असी हिस्सा हाँ ते सानू उस मालक दे नाल मिलन दे वास्ते मिलाप हो जावे, उहदे वास्ते ही सानू गुरु ज्ञान, गुरु सिक्ख्या, गुरु उपदेश सानू इसे जीवन दे विच अगवाई करदा है कि साडा जीवन सफला हो जावे, संसार तो फिर असी निरंकार दे नाल मिल सकीए। क्योंकि वो साडा मूल परमात्मा जिहदे बारे गुरु साहिब जी दे बचन ने मन तू जोत स्वरूप है अपना मूल पछाण। भगत कबीर जी ते होर उदाहरण दे के सानू नवाजदे ने, कहंदे कहो कबीर एह राम की अंश, जिस आत्मा दे बारे जिहड़ी साडे जीवां दे शरीरां विच रुमक रही है, जिहदे आसरे असीं इस संसार दे विच जीवन बतीत करदे हैं, जिसनूं आत्मा कहने वख वख धर्मां ने इहदे नाम दिते है। ते गुरु अमरदास महाराज जी आनंद साहिब जी दे अंदर ही फरमान करते हैं, आपां सरवण करदे उन्हां दे उपदेश, ये शरीरा मेरिया हर तुमें जोत रखी तां तू जग महिआया। जिन्ना चिर वो जोत इस शरीर दे अंदर है उन्ना चिर साडी जीवन दी यात्रा है। जदों वो जोत इस शरीर तो निकल जाती साडी यात्रा खत्म हो जाती है। ते गुरदेव जी गुरु ग्रंथ साहिब जी दे जदों असीं बचन पढ़दे हैं, उहदे अंदर भगत कबीर जी सानू समझाउंदे ने, कहंदे कहो कबीर इह राम की अंश, जस कागद पर मिटे ना मनस। कहंदे जिवें कागज ते स्याही दी लिखे हुए अखरां राहीं साझ हो जाती है ना, इसे तरह ही साडी ते परमात्मा दी साझ है।
ਤੇ ਤੂੰ ਉਸ ਪਰਮਾਤਮਾ ਨੂੰ, ਮੂਲ ਨੂੰ ਪਛਾਣ ਜਿਹਦੇ ਤੋਂ ਵਿਛੜਿਆ ਹੋਇਆ ਹੈ। ਤੇ ਇਸ ਤੋਂ ਪਹਿਲਾਂ ਜੇ ਆਪਾਂ ਗਹਿਰਾਈ ਦੇ ਨਾਲ ਦੇਖੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰੀਏ, ਤੇ ਗੁਰੂ ਸਵਾਰਿਓ ਮਿਲਿਆ ਉਹਦੇ ਨਾਲ ਜਾਂਦਾ ਜਿਹਦੇ ਨਾਲ ਵਿਛੋੜਾ ਪਿਆ ਹੋਵੇ, ਤੇ ਵਿਛੋੜਾ ਵੀ ਉਹਦੇ ਨਾਲ ਪੈਂਦਾ ਜਿਹਦੇ ਨਾਲ ਕਿਤੇ ਸਾਡਾ ਪਹਿਲਾ ਮੇਲ ਹੋਵੇ। ਕਿਉਂਕਿ ਜਿਹਦੇ ਨਾਲ ਸਾਡਾ ਮੇਲ ਨਹੀਂ, ਉਹਦੇ ਵਿਛੋੜੇ ਦਾ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ। ਹੁਣ ਦੁਨੀਆ ਦੇ ਵਿੱਚ ਕਰੋੜਾਂ ਜੀਵ ਨੇ, ਅਸੀਂ ਸਾਰਿਆਂ ਦੇ ਵਿਛੋੜੇ ਦਾ ਅਹਿਸਾਸ ਨਹੀਂ ਕਰਦੇ। ਅਸੀਂ ਕੇਵਲ ਉਹਨਾਂ ਦਾ ਕਰਦੇ ਹਾਂ ਜਿਹੜੇ ਸਾਡੇ ਨਾਲ ਮਿਲੇ ਹੁੰਦੇ ਨੇ। ਤੇ ਵਿਛੋੜੇ ਦਾ ਦੁੱਖ ਕਿੱਡਾ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਸਾਨੂੰ ਅਗਵਾਈ ਕਰਕੇ ਸਾਡੀ ਨਵਾਜਦੇ ਨੇ। ਕਹਿੰਦੇ ਦੁਨੀਆ ਦੇ ਵਿੱਚ 4 ਤਰ੍ਹਾਂ ਦੇ ਦੁੱਖ ਜਿਹੜੇ ਹੁੰਦੇ ਨੇ, ਮਨੁੱਖ ਨੂੰ ਪਰੇਸ਼ਾਨ ਕਰਦੇ ਨੇ। ਉਹ ਕਿਹੜੇ ਨੇ? ਕਹਿੰਦੇ ਪਹਿਲਾ ਦੁੱਖ ਜਿਹੜਾ ਉਹ ਵਿਛੋੜੇ ਦਾ ਹੈ, ਦੂਜਾ ਦੁੱਖ ਜਿਹੜਾ ਉਹ ਭੁੱਖ ਦਾ ਹੈ, ਤੀਜਾ ਬੰਦੇ ਨੂੰ ਦੁੱਖ ਹੈ ਕਿ ਮੇਰੀ ਮੌਤ ਨਾ ਹੋ ਜਾਵੇ, ਜਮਾਂ ਦਾ ਡਰ ਹੈ, ਤੇ ਚੌਥਾ ਦੁੱਖ ਜਿਹੜਾ ਏ ਉਹ ਸਾਡੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗ ਜਾਵੇ, ਇਹ ਹੈ। ਚਵਾਂ ਦੁੱਖਾਂ ਤੋਂ ਪੰਜਵਾਂ ਦੁੱਖ ਤੇ ਅਸੀਂ ਕਦੀ ਦੇਖਦੇ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਵਿਛੋੜੇ ਦਾ ਦੁੱਖ ਜਿਹੜਾ ਇਹ ਵੀ ਬੜਾ ਪ੍ਰਬਲ ਹੁੰਦਾ ਹੈ। ਕਈਆਂ ਨੂੰ ਸੰਸਾਰ ਦੇ ਵਿੱਚ ਧੀਆਂ ਪੁੱਤਰਾਂ ਦਾ ਵਿਛੋੜਾ, ਕਿਸੇ ਨੂੰ ਮਾਂ ਬਾਪ ਦਾ ਵਿਛੋੜਾ, ਕਿਸੇ ਨੂੰ ਭੈਣ ਭਰਾ ਦਾ, ਕਿਸੇ ਨੂੰ ਆਪਣੇ ਖੁੱਸੇ ਹੋਏ ਤਨ ਦਾ ਵਿਛੋੜਾ ਕਿ ਜਿਹੜੇ ਅੰਗ ਬੇਕਾਰ ਹੋ ਜਾਣ, ਉਹਦੇ ਕੰਮ ਦੇ ਵਿੱਚ ਨਾ ਆਉਣ ਤੇ ਉਹਦਾ ਵੀ ਉਹ ਘਾਟ ਮਹਿਸੂਸ ਕਰਦਾ ਹੈ। ਕਿਸੇ ਨੂੰ ਜਾਇਦਾਦ ਦਾ ਵਿਛੋੜਾ, ਕਿਸੇ ਨੂੰ ਆਪਣੀ ਵਡਿਆਈ ਦਾ ਵਿਛੋੜਾ ਕਿ ਜਿਨ੍ਹਾਂ ਕੋਲ ਵਡਿਆਈ ਚਲੀ ਜਾਂਦੀ ਉਹ ਆਪਣੀ ਵਡਿਆਈ ਨੂੰ ਹੀ ਰੋਂਦੇ ਰਹਿੰਦੇ ਨੇ। ਉਹ ਹਰ ਵੇਲੇ ਵਡਿਆਈ ਆਪਣੀ ਸੰਸਾਰ ਦੀ ਦੱਸਦੇ ਰਹਿੰਦੇ ਨੇ, ਮੇਰੇ ਆਹ ਵਡਿਆਈ ਮੇਰੇ ਕੋਲ ਸੀ, ਅੱਜ ਇਹ ਮੇਰੇ ਕੋਲ ਨਹੀਂ ਹੈ। ਤੇ ਕਈਆਂ ਨੂੰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਵਿਛੋੜਾ ਵੀ ਜਿਹੜਾ ਉਹ ਸਤਾਉਂਦਾ ਹੈ। ਤਾਂ ਹੀ ਤੇ ਉਹ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਤੇ ਗੁਰਦੇਵ ਜੀ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। 4 ਤਰ੍ਹਾਂ ਦੇ ਵਿਛੋੜੇ ਨੇ। ਤੇ ਗੁਰੂ ਸਵਾਰਿਓ ਜਿਹੜਾ ਦੁੱਖ ਜਿਹੜਾ ਨਾ ਉਹ 4 ਤਰ੍ਹਾਂ ਦਾ ਹੀ। ਤੇ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਸਾਨੂੰ ਚਾਹੇ ਸੰਸਾਰ ਦੇ ਵਿੱਚ ਸੰਸਾਰ ਦੇ ਪਦਾਰਥਾਂ ਦਾ ਹੋਵੇ, ਚਾਹੇ ਨਿਰੰਕਾਰ ਦਾ ਵਿਛੋੜਾ ਹੋਵੇ, ਉਹਨਾਂ ਚਿਰ ਸਾਡੀ ਭਟਕਣਾ ਰਹਿੰਦੀ ਹੈ ਜਿੰਨਾ ਚਿਰ ਉਸ ਵਿਛੜੇ ਹੋਏ ਨੂੰ ਅਸੀਂ ਮਿਲਣਾ ਚਾਹੀਏ। ਤੇ ਗੁਰੂ ਸਾਹਿਬ ਸਵਾਰਿਓ ਵਿਛੋੜਾ ਹੋਇਆ ਕਿਹਦੇ ਨਾਲ? ਜਿਹਦੇ ਨਾਲ ਸਾਡਾ ਮੇਲ ਸੀ। ਤੇ ਮੇਲ ਕਿਹਦੇ ਨਾਲ ਸੀ? ਪਰਮਾਤਮਾ ਦੇ ਨਾਲ। ਕਿਉਂਕਿ ਪਰਮਾਤਮਾ ਦੇ ਬਾਰੇ ਗੁਰਦੇਵ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਆਪਣਾ ਮੂਲ ਸਾਡਾ ਕੀ ਹੈ? ਪਰਮਾਤਮਾ। ਤੇ ਗੁਰੂ ਸਵਾਰਿਓ ਮੂਲ ਦਾ ਭਾਵ ਹੈ ਜੜ। ਤੇ ਆਪਾਂ ਦੇਖਦੇ ਹਾਂ ਦੁਨੀਆ ਦੇ ਵਿੱਚ ਉਹੀ ਪੌਦੇ, ਉਹੀ ਦਰਖਤ ਕਾਮਯਾਬ ਨੇ, ਉਹਨਾਂ ਦੀ ਹੀ ਜ਼ਿੰਦਗੀ ਹੈ ਜਿਹੜੇ ਜੜ ਦੇ ਨਾਲ ਜੁੜ ਜਾਂਦੇ ਨੇ। ਤੇ ਜਿਹੜੇ ਜੜ ਦੇ ਨਾਲੋਂ ਅਲੱਗ ਹੋ ਜਾਂਦੇ ਉਹਨਾਂ ਦੇ ਜੀਵਨ ਦਾ ਵਿਕਾਸ ਖਤਮ ਹੋ ਜਾਂਦਾ ਹੈ। ਜਦੋਂ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲੇ ਰੱਬ ਦੇ ਪਿਆਰਿਆਂ ਦੇ ਜੀਵਨ ਪੜ੍ਹਦੇ ਆ ਤੇ ਉਹਨਾਂ ਤੋਂ ਇਹ ਸਾਨੂੰ ਅਗਵਾਈ ਮਿਲਦੀ ਹੈ। ਇੱਕ ਸੰਨਿਆਸੀ ਧਰਮ ਦੇ ਵਿੱਚ ਸੰਨਿਆਸੀ ਤੀਰਥਨਾਥ ਡੰਡੀ ਸੰਨਿਆਸੀ ਹੋਏ ਨੇ। ਉਹਨਾਂ ਨੇ ਇਹ ਮੂਲ ਦੀ ਗੱਲ ਬੜੀ ਕਮਾਲ ਦੀ ਆਪਣੀ ਲੇਖਣੀ ਦੇ ਵਿੱਚ ਦੇਖੀ ਹੈ। ਉਹ ਕਹਿੰਦੇ ਇੱਕ ਵਾਰ ਜਾਪਾਨ ਦੇ ਵਿੱਚ ਉਹਨਾਂ ਨੂੰ ਜਾਣ ਦਾ ਅਵਸਰ ਮਿਲਿਆ। ਉੱਥੇ ਕਿਸੇ ਸ਼ਾਹੀ ਮਹੱਲ ਦੇ ਅੰਦਰ ਜਿੱਥੇ ਉਹਨਾਂ ਦਾ ਨਿਵਾਸ ਰੱਖਿਆ ਹੈ, ਉਸ ਮਹੱਲ ਦੇ ਬਾਹਰ ਇੱਕ ਫਲਵਾੜੀ ਹੈ, ਇੱਕ ਚੌਗਿਰਦੇ ਨੂੰ ਹਰਿਆਵਲ ਦਸਤਾ ਜਿਹੜਾ ਬਣਾਇਆ ਹੋਇਆ, ਉੱਥੇ ਫੁੱਲ ਤਰ੍ਹਾਂ ਤਰ੍ਹਾਂ ਦੇ ਪੌਦੇ ਉੱਥੇ ਲਗਾਏ ਹੋਏ ਨੇ। ਹੁਣ ਉਹ ਕਹਿੰਦੇ ਕਿ ਸੰਨਿਆਸੀ ਜੀ ਲਿਖਦੇ, ਕਹਿੰਦੇ ਮੈਂ ਇੱਕ ਇੱਕ ਪੌਦਾ ਜਿਹੜਾ ਗਮਲਿਆਂ ਦੇ ਵਿੱਚ ਬੂਟਾ ਲਗਾਇਆ, ਇੱਕ ਇੱਕ ਨੂੰ ਨਿਹਾਰਦਾ ਜਦੋਂ ਕੁਝ ਖਾਸ ਕਿਸਮ ਦੇ ਪੌਦਿਆਂ ਦੇ ਕੋਲ ਗਿਆ ਜਿਨ੍ਹਾਂ ਦੀ ਉਚਾਈ ਤਕਰੀਬਨ 3-4 ਫੁੱਟ ਦੀ ਹੋਵੇਗੀ। ਕਹਿੰਦੇ ਉਹਨਾਂ ਦੇ ਪ੍ਰਤੀ ਬੜੀ ਕਸ਼ਿਸ਼ ਹੈ, ਜਾਣਨ ਦੀ ਇੱਛਾ ਹੋਈ। ਉੱਥੇ ਜਿਹੜਾ ਮਾਲੀ ਸੀ ਉਹਨੂੰ ਪੁੱਛਿਆ। ਸਾਰੇ ਫੁੱਲਾਂ ਪੌਦਿਆਂ ਦੀ ਜਾਣਕਾਰੀ ਲੈਂਦਿਆਂ ਕਹਿੰਦੇ ਜਦੋਂ ਮੈਂ ਉਸ ਬੂਟਿਆਂ ਦੇ ਬਾਰੇ ਪੁੱਛਿਆ ਕਿ ਇਹ ਬੂਟੇ ਕਿੱਥੋਂ ਆਏ ਨੇ, ਉਹਨਾਂ ਦੱਸਿਆ ਫਲਾਣੇ ਪਹਾੜ ਤੋਂ ਆਏ ਨੇ। ਕਹਿੰਦੇ ਕਿ ਇਹ ਏਡੇ ਕਿ ਹੀ ਰਹਿੰਦੇ ਕਿ ਜਾਂ ਵੱਡੇ ਹੁੰਦੇ ਨੇ। ਤੇ ਉਹ ਮਾਲੀ ਕਹਿੰਦਾ ਨਹੀਂ, ਜਿਸ ਪਹਾੜ ਤੋਂ ਲਿਆਂਦੇ ਨੇ ਉੱਥੇ ਇਹਨਾਂ ਦੀ 150 ਫੁੱਟ ਤੋਂ ਲੈ ਕੇ 200-250 ਫੁੱਟ ਤੱਕ ਲੰਬਾਈ ਹੋ ਜਾਂਦੀ ਹੈ। ਤੇ ਕਹਿੰਦੇ ਫਿਰ ਮੈਂ ਅਗਲਾ ਸਵਾਲ ਕੀਤਾ ਕਿ ਆ ਜਿਹੜੇ ਗਮਲਿਆਂ ਦੇ ਵਿੱਚ 3-4 ਫੁੱਟ ਦੇ ਬੂਟੇ ਨੇ ਇਹ ਵੀ 150, 200, 250 ਫੁੱਟ ਦੀ ਲੰਬਾਈ ਵਾਲੇ ਹੋਣਗੇ? ਕਹਿੰਦੇ ਉਹ ਮਾਲੀ ਕਹਿੰਦਾ
ਨਹੀਂ, ਇਹ ਨਹੀਂ ਹੋ ਸਕਦੇ। ਕਹਿੰਦੇ ਜਿਹੜਾ ਉਹਨੇ ਜਵਾਬ ਦਿੱਤਾ ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿੰਦੇ ਮੈਂ ਅਗਲਾ ਸਵਾਲ ਕੀਤਾ, ਇਹ ਬੂਟੇ ਉਹੀ ਨੇ, ਫਿਰ ਇਹ ਉਹਨੇ ਵੱਡੇ ਕਿਉਂ ਨਹੀਂ ਹੋ ਸਕਦੇ? ਤੇ ਮਾਲੀ ਨੇ ਉਸੇ ਵੇਲੇ ਗਮਲਾ ਉਲਟਾ ਕੇ ਕਿਹਾ, ਇਹਦੇ ਥੱਲੇ ਆ ਜਿਹੜਾ ਛੇਕ ਹੈ ਨਾ, ਇਹਦੇ ਵਿੱਚੋਂ ਦੀ ਜਿਹੜੀ ਇਹ ਬੂਟੇ ਦੀ ਜੜ ਜ਼ਮੀਨ ਨਾਲ ਲੱਗਣ ਲੱਗਦੀ, ਮੈਂ ਕੈਂਚੀ ਦੇ ਨਾਲ ਕੱਟ ਦਿੰਦਾ ਹੈ। ਜਿੰਨਾ ਚਿਰ ਇਹਦੀ ਜੜ ਜ਼ਮੀਨ ਦੇ ਨਾਲ, ਕਿਉਂਕਿ ਧਰਤੀ ਮੂਲ ਹੈ ਇਸ ਜੜ ਦਾ, ਜਿੰਨਾ ਚਿਰ ਇਹ ਆਪਣੇ ਮੂਲ ਨਾਲ ਜੜ ਨਹੀਂ ਜੁੜੇਗੀ ਉਹਨਾਂ ਚਿਰ ਇਸ ਪੌਦੇ ਦੇ ਅੰਦਰ ਵਿਕਾਸ ਨਹੀਂ ਹੋ ਸਕਦਾ। ਕਹਿੰਦੇ ਮੈਂ ਉਸੇ ਵੇਲੇ ਕਿਹਾ, ਸੰਨਿਆਸੀ ਅੱਜ ਜੇ ਇੱਕ ਬੂਟਾ ਜਿਹਦਾ ਆਕਾਰ 2-250 ਫੁੱਟ ਹੋ ਸਕਦਾ ਹੈ, ਉਹ ਆਪਣੇ ਮੂਲ ਨਾਲੋਂ ਟੁੱਟਣ ਕਰਕੇ ਬੌਣਾ ਰਹਿ ਸਕਦਾ ਹੈ ਉਹਦਾ ਕੱਦ, ਤੇ ਮਣਾ ਜਿਸ ਪਰਮਾਤਮਾ ਮੂਲ ਦੇ ਨਾਲ ਤੇਰਾ ਨਾਤਾ ਏ ਉਹਦੇ ਨਾਲੋਂ ਟੁੱਟ ਕੇ ਤੂੰ ਇਸ ਸੰਸਾਰ ਵਿੱਚ ਵਿਕਾਸ ਕਿਵੇਂ ਕਰ ਸਕਦਾ, ਕਿਵੇਂ ਵਿਕਸਿਤ ਹੋ ਸਕਦਾ ਹੈ? ਸੋ ਇਹ ਤੋਂ ਭਾਵ ਇਹ ਹੈ ਕਿ ਮੂਲ ਦੇ ਨਾਲ ਜੁੜਨਾ ਹੀ ਸਾਡਾ ਵਿਕਾਸ ਹੈ। ਸੰਸਾਰ ਦੇ ਵਿੱਚ ਜੋ ਅਸੀਂ ਵਿਛੜ ਕੇ ਆਏ, ਉਸ ਸੰਸਾਰ ਦੇ ਮਾਲਕ ਨਿਰੰਕਾਰ ਨਾਲ ਜੁੜਨਾ ਸਾਡਾ ਇਸ ਦੁਨੀਆ ਦੇ ਅੰਦਰ ਪ੍ਰਯੋਜਨ ਹੈ। ਕਿਉਂਕਿ ਆਪਾਂ ਜਦੋਂ ਰਹਿਰਾਸ ਸਾਹਿਬ ਜੀਆਂ ਦੇ ਬਚਨ ਪੜ੍ਹਦੇ ਆ, ਉਹਦੇ ਅੰਦਰ ਵੀ ਗੁਰਦੇਵ ਜੀ ਬਿਆਨ ਕਰਦੇ ਨੇ, ਫਰਮਾਨ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਉਸ ਮਾਲਕ ਦੇ ਨਾਲ ਮਿਲਣਾ। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਮਿਲਣਾ ਵੀ ਉਹਦੇ ਨਾਲ ਹੁੰਦਾ ਜਿਹਦੇ ਨਾਲੋਂ ਸਾਡਾ ਵਿਛੋੜਾ ਪਿਆ ਹੋਵੇ, ਤੇ ਵਿਛੋੜਾ ਉਹਦੇ ਨਾਲ ਪੈਂਦਾ ਜਿਹਦੇ ਨਾਲ ਸਾਡਾ ਮਲਾਪ ਹੋਵੇ। ਤੇ ਹੁਣ ਮਲਾਪ ਕਿਹਦੇ ਨਾਲ ਸੀ? ਅਕਾਲ ਪੁਰਖ ਪਿਤਾ ਪਰਮਾਤਮਾ ਦੇ ਨਾਲ। ਜੇ ਮਲਾਪ ਉਹਦੇ ਨਾਲ ਸੀ ਤੇ ਵਿਛੋੜਾ ਕਿਵੇਂ ਪੈ ਗਿਆ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 12 ਮਹਾਮਾਜ ਦੇ ਅੰਦਰ ਸਾਨੂੰ ਆਰੰਭ ਵਾਲੀਆਂ ਪੰਕਤੀਆਂ ਦੇ ਅੰਦਰ ਹੀ ਗਿਆਨ ਦੇ ਕੇ ਨਵਾਜਦੇ ਨੇ। ਕਹਿੰਦੇ ਵਿਛੋੜੇ ਦਾ ਕਾਰਨ ਪਤਾ ਕੀ ਹੋਇਆ? ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਸਾਡੇ ਕੋਲੋਂ ਕੋਈ ਕਿਰਤ ਇਹੋ ਜਿਹੀ ਹੋ ਗਈ, ਕੋਈ ਕੰਮ ਇਹੋ ਜਿਹੇ ਹੋ ਗਏ ਜਿਹਦੇ ਨਾਲ ਉਸ ਮਾਲਕ ਦੇ ਨਾਲੋਂ ਵਿਛੋੜਾ ਪੈ ਗਿਆ। ਕਿਉਂਕਿ ਉਹ ਮਾਲਕ ਪਿਤਾ ਜੀ ਸਾਡੇ, ਤੇ ਪਿਤਾ ਨਾਲ ਜਦੋਂ ਬੱਚੇ ਦੀ ਜ਼ਿੰਦਗੀ ਵਿੱਚ ਕੁਝ ਇਹੋ ਜਿਹੇ ਕੰਮ ਆ ਜਾਣ ਜਿਹੜੇ ਪਿਤਾ ਨੂੰ ਨਾ ਮਨਜ਼ੂਰ ਹੋਵਣ, ਉਹ ਫਿਰ ਵਿਛੋੜੇ ਦਾ ਕਾਰਨ ਬਣ ਜਾਂਦੇ ਨੇ। ਇਸੇ ਤਰ੍ਹਾਂ ਹੀ ਧੰਨ ਗੁਰਦੇਵ ਜੀ ਕਹਿੰਦੇ ਨੇ, ਕਹਿੰਦੇ ਸਾਡੇ ਵੀ ਕਾਰਨ ਕੁਝ ਇਹੋ ਜਿਹੇ ਜਿਹਦੇ ਨਾਲ ਵਿਛੋੜਾ ਪੈ ਗਿਆ। ਤੇ ਵਿਛੋੜਾ ਪੈਂਦਾ ਪੈਂਦਾ ਜਿਹਨੂੰ ਆਵਾਗਮਨ ਦਾ ਚੱਕਰ ਸੰਸਾਰ ਕਹਿੰਦਾ ਏ, ਉਸ ਆਵਾਗਮਨ ਦੇ ਚੱਕਰ ਦੇ ਅੰਦਰ ਹੁਣ ਮਨੁੱਖਾ ਸਰੀਰ ਇੱਕ ਅਵਸਰ ਮਿਲਿਆ ਹੈ। ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਹੁਣ ਇਹ ਸਮਾਂ ਮਿਲਿਆ ਏ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਪਿਤਾ ਜੀ ਦੇ ਨਾਲ ਮਿਲਣ ਦਾ। ਤੇ ਮਿਲਿਆ ਕਿਵੇਂ ਜਾਣਾ ਏ? ਉਹ ਮਿਲਿਆ ਜਾਣਾ ਹੈ ਗੁਰੂ ਸਾਹਿਬ ਜੀ ਦੀ ਅਗਵਾਈ ਦੇ ਰਹੀ। ਗੁਰੂ ਸਾਹਿਬ ਜੀ ਦੇ ਦੁਆਰਾ ਸਾਡੇ ਉੱਪਰ ਜਦੋਂ ਮਿਹਰ ਹੁੰਦੀ ਹੈ, ਉਸ ਮਿਹਰ ਦੇ ਪਾਤਰ ਬਣ ਕੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੀ ਤੇ ਪਰਮਾਤਮਾ ਨਾਲ ਮਿਲਣ ਦੀ ਗੱਲ ਹੀ ਜਦੋਂ ਸ਼ੁਰੂ ਕੀਤੀ ਸੀ, ਤੇ ਉਹਨਾਂ ਨੇ ਸਭ ਤੋਂ ਪਹਿਲਾ ਉਪਦੇਸ਼ ਸਾਨੂੰ ਜਦੋਂ ਦੇ ਕੇ ਨਵਾਜਿਆ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਅਸੀਂ ਪੜ੍ਹਦੇ ਹਾਂ, ਇੱਕ ਓੰਕਾਰ ਤੋਂ ਲੈ ਕੇ ਤੇ ਦੱਸਿਆ ਉਹ ਪਰਮਾਤਮਾ ਜਿਸ ਦਾ ਇਹ ਸਰੂਪ ਹੈ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਸਾਨੂੰ ਮਿਲੇਗਾ। ਤੇ ਉਸ ਮਾਲਕ ਨੂੰ ਮਿਲਣ ਦੇ ਵਾਸਤੇ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਵੇਗਾ। ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਗਏ, ਕੇਵਲ ਜਾਣ ਦੇ ਨਾਲ ਗੱਲ ਨਹੀਂ ਬਣਨੀ। ਗੁਰਦੇਵ ਜੀ ਕਹਿੰਦੇ ਨੇ, ਆਉਂਦੇ ਤੇ ਗੁਰੂ ਦੇ ਸਥਾਨ ਤੇ ਬੜੇ ਨੇ, ਲੇਕਿਨ ਜਿੰਨੇ ਵੀ ਆਉਂਦੇ ਨੇ ਉਹ ਸਾਰੇ ਦੇ ਸਾਰੇ ਮੁਕਤ ਨਹੀਂ ਹੋ ਜਾਂਦੇ। ਹੁਣ ਕਈ ਇੱਥੇ ਆਉਂਦੇ ਵੀ ਨੇ, ਆ ਕੇ ਬਾਣੀ ਵੀ ਪੜ੍ਹਦੇ ਨੇ, ਬਾਣੀ ਨੂੰ ਸੁਣਦੇ ਵੀ ਨੇ। ਤੇ ਮੈਂ ਬੇਨਤੀ ਕਰਾਂ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਈ ਬਾਣੀ ਸੁਣ ਕੇ ਵੀ, ਧਾਰਮਿਕ ਸਥਾਨ ਤੇ ਆ ਕੇ ਵੀ ਬਾਣੀ ਸੁਣ ਕੇ ਵੀ ਉਹ ਉਧਾਰ ਨਹੀਂ ਕਰ ਪਾਉਂਦੇ ਆਪਣਾ। ਕਿਉਂਕਿ ਉਧਾਰ ਜਦੋਂ ਹੋਣਾ ਹੈ, ਸਾਡੇ ਅੰਦਰੋਂ ਉਹ ਮਲੀਨਤਾ ਜਦੋਂ ਦੂਰ ਹੋਣੀ ਹੈ, ਉਹਦੇ ਵਾਸਤੇ ਸਾਨੂੰ ਬਖਸ਼ਿਸ਼ ਦੇ ਪਾਤਰ ਬਣਨਾ ਪਵੇਗਾ। ਤੇ ਬਖਸ਼ਿਸ਼ ਦੇ ਪਾਤਰ ਕਿਵੇਂ ਬਣਿਆ ਜਾਣਾ? ਗੁਰੂ ਰਾਮਦਾਸ ਜੀ ਮਹਾਰਾਜ ਜੀ ਬਚਨ ਕਰਦੇ, ਸੇਵਕ ਸਿੱਖ ਪੂਜਨ ਸਭ ਆਵੇ ਹੈ, ਸਭ ਗਾਵੇ ਹੈ, ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਦੋਂ ਅਸੀਂ ਗੁਰੂ ਦੀ ਆਗਿਆ ਸਤ ਕਰਕੇ ਉਸ ਮਾਲਕ ਦੇ ਚਰਨਾਂ ਦਾ ਧਿਆਨ ਧਰਾਂਗੇ, ਉਦੋਂ ਫਿਰ ਦੁਨੀਆ ਦੇ ਵਿੱਚ
ਆਪਣੇ ਦਾਅਵੇ ਖਤਮ ਹੋ ਜਾਵਣਗੇ, ਉਹਨਾਂ ਚਿਰ ਗੱਲ ਨਹੀਂ ਬਣਨੀ, ਉਹਨਾਂ ਚਿਰ ਅਸੀਂ ਇਸ ਚੱਕਰ ਤੋਂ ਖਤਮ ਨਹੀਂ ਹੋ ਸਕਦੇ ਜਿੰਨਾ ਚਿਰ ਮੈਂ ਮੇਰੀ ਛੱਡ ਕੇ ਤੂੰ ਤੇਰੇ ਤੱਕ ਨਹੀਂ ਆਉਂਦੇ। ਤੇ ਜਦੋਂ ਤੂੰ ਤੇਰੇ ਤੱਕ ਆਵਾਂਗੇ ਫਿਰ ਮਾਲਕ ਦੇ ਨਾਲ ਸਾਡਾ ਪਿਆਰ ਬਣੇਗਾ, ਫਿਰ ਉਸ ਮਾਲਕ ਦੀਆਂ ਰਹਿਮਤਾਂ ਦਾ ਗਿਆਨ ਹੋਵੇਗਾ ਤੇ ਮਨ ਵਿੱਚ ਆਪਾਂ ਵਿਚਾਰ ਕਰਾਂਗੇ, ਮਨਾ ਇੰਨਾ ਚਿਰ ਤੂੰ ਐਵੇਂ ਹੀ ਭਟਕਦਾ ਰਿਹਾ, ਇੰਨਾ ਚਿਰ ਤੂੰ ਐਵੇਂ ਜੀਵਨ ਵਿਅਰਥ ਕਰ ਲਿਆ, ਬਤੀਤ ਕਰ ਲਿਆ। ਕਿਉਂਕਿ ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰੂ ਜੀ ਕਿਰਪਾ ਕਰਨ ਉਹਦੇ ਅਨੁਸਾਰ ਜਦੋਂ ਪਰਮਾਤਮਾ ਦੇ ਗੁਣਾਂ ਦਾ ਧਿਆਨ ਅਸੀਂ ਧਰਾਂਗੇ ਤੇ ਫਿਰ ਜ਼ੁਬਾਨ ਤੋਂ ਸਾਡੇ ਰੋਮ ਰੋਮ ਤੋਂ ਇਹੀ ਨਿਕਲੇਗਾ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਉਸ ਵੇਲੇ ਮਾਲਕ ਦੇ ਗੁਣਾਂ ਦਾ ਧਿਆਨ ਜਿਹੜਾ ਉਹ ਜੀਵਨ ਦੇ ਅੰਦਰ ਧਰਿਆ ਜਾਵੇਗਾ। ਤੇ ਇੱਥੇ ਵੀ ਭੱਟ ਸਾਹਿਬ ਜੀ ਬੜੀ ਕਿਰਪਾ ਸਾਡੇ ਦੇ ਉੱਪਰ ਕਰਕੇ ਸਾਨੂੰ ਰਹਿਮਤ ਕਰਕੇ ਨਵਾਜ ਰਹੇ ਨੇ। ਭੱਟ ਮਥੁਰਾ ਜੀ ਬਿਆਨ ਕਰਦੇ ਨੇ, ਕਹਿੰਦੇ ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੇ। ਅਗਮ ਦਾ ਭਾਵ ਹੈ ਅਪਹੁੰਚ, ਜਿਹਦੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ, ਭਾਵ ਕਿ ਉਹਦਾ ਪਾਰਾਵਾਰ ਪ੍ਰਾਪਤ ਕਰ ਲੇ। ਵੈਸੇ ਤੇ ਜਦੋਂ ਮਿਲਾਪ ਦੀ ਗੱਲ ਕਰੀਏ ਨਾ ਤੇ ਭੱਟ ਸਾਹਿਬਾਨੇ ਵੀ ਗੱਲ ਕਹਿੰਦੇ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਨਿਕਟ ਬਸੈ ਬਨਵਾਰੀ। ਪਰ ਇੱਥੇ ਜਦੋਂ ਗੁਣਾਂ ਦਾ ਕੋਈ ਅੰਤਰ ਲੱਭਣ ਵਾਸਤੇ ਤੁਰ ਪਵੇ, ਉਹਨੂੰ ਸਮਝਾਉਣ ਵਾਸਤੇ ਕਹਿੰਦੇ ਆਗਮ ਭਾਵ ਅਪਹੁੰਚ ਬੇਅੰਤ ਪਰਮਾਤਮਾ, ਅਨੰਤ ਜਿਹਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ, ਬੇਅੰਤ ਉਹਦੇ ਗੁਣ ਨੇ, ਅਨਾਦ ਆਦ, ਅਨਾਦ ਅਨਆਦ ਭਾਵ ਜਿਹਦਾ ਕੋਈ ਪਾਰਲਾ ਬੰਨਾ ਉਰਲਾ ਬੰਨਾ ਕੋਈ ਲੱਭਣ ਦੀ ਕੋਸ਼ਿਸ਼ ਕਰੇ ਕਿ ਇਹਦਾ ਆਕਾਰ ਕਿੰਨਾ ਹੈ, ਸ਼ੁਰੂ ਕਿੱਥੋਂ ਹੈ, ਖਤਮ ਕਿੱਥੇ, ਕਹਿੰਦੇ ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੇ। ਕੋਈ ਵੀ ਇਸ ਮਾਲਕ ਦਾ ਜਿਹੜਾ ਇਹ ਉਹ ਕਿੰਨਾ ਵੱਡਾ ਏ, ਉਹਦੇ ਗੁਣਾਂ ਦਾ ਭੰਡਾਰ ਕਿੰਨਾ ਵੱਡਾ ਏ, ਉਹ ਪਰਮਾਤਮਾ ਦਾ ਆਕਾਰ ਕਿਹੋ ਜਿਹਾ ਏ, ਕਹਿੰਦੇ ਕੋਈ ਨਹੀਂ ਇਹੋ ਜਿਹਾ ਅਨੁਮਾਨ ਜਿਹੜਾ ਲਾ ਸਕਦਾ। ਕਿਉਂਕਿ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਹੀ ਬੰਦਾ ਅਨੁਮਾਨ ਨਹੀਂ ਲਗਾ ਸਕਦਾ, ਪਰਮਾਤਮਾ ਦੇ ਬਣਾਈ ਹੋਈ ਖੇਡ ਦਾ ਹੀ ਕੋਈ ਅੰਤ ਨਹੀਂ ਪਾ ਸਕਦਾ। ਤੇ ਇਸ ਖੇਡ ਨੂੰ ਬਣਾਉਣ ਵਾਲੇ ਉਸ ਰਚਨਹਾਰ ਦਾ ਕਿਵੇਂ ਕੋਈ ਗੁਣ ਦਾ ਅੰਤ ਪਾ ਸਕਦਾ ਹੈ, ਉਹਦੇ ਆਕਾਰ ਦਾ ਕਿਵੇਂ ਅੰਤ ਪਾ ਸਕਦਾ ਹੈ। ਗੁਰੂ ਸਾਹਿਬ ਜੀ ਦੇ ਆਪਾਂ ਰਹਿਰਾਜ ਸਾਹਿਬ ਜੀ ਦੇ ਅੰਦਰ ਬਚਨ ਪੜ੍ਹਦੇ ਆ ਕਿ ਬੇਅੰਤ ਮੇਰੇ ਵਰਗੇ, ਇਹ ਗੱਲ ਕਹੀ ਜਾਂਦੇ ਪਰਮਾਤਮਾ ਬੇਅੰਤ ਹੈ, ਅਗੰਮ ਹੈ, ਗੋਚਰ ਹੈ, ਪਰ ਹੈ ਕਿੱਡਾ ਵੱਡਾ, ਕਹਿੰਦੇ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਚੀਰੇ ਦਾ ਭਾਵ ਕਿ ਉਹਦੇ ਅੰਤ ਤਹਿ ਤੱਕ ਕੋਈ ਨਹੀਂ ਜਾਣ ਸਕਦਾ। ਤੇ ਇੱਥੇ ਭੱਟ ਸਾਹਿਬਾਨ ਵੀ ਇਹੀ ਗੱਲ ਕਹਿ ਰਹੇ ਨੇ ਕਿ ਉਸ ਮਾਲਕ ਅਪਹੁੰਚ ਬੇਅੰਤ ਗੁਣਾਂ ਦੇ ਮਾਲਕ, ਜਿਹਦਾ ਕੋਈ ਆਦ ਨਹੀਂ, ਜਿਹਦੇ ਬਾਰੇ ਕੋਈ ਜਾਣ ਨਹੀਂ ਸਕਦਾ ਕਿ ਉਹਦਾ ਪਾਰਾਵਾਰ ਕਿੱਡਾ ਵੱਡਾ ਏ, ਉਸ ਮਾਲਕ ਜਿਸ ਨੂੰ ਸ਼ਿਵ ਬਰੰਚ ਧਰ ਧਿਆਨ ਨਿਤਹਿ ਜਿਸ ਵੇਦ ਬਖਾਣ। ਕਹਿੰਦੇ ਕਿ ਜਿਸ ਨੂੰ ਸ਼ਿਵ ਜੀ ਬ੍ਰਹਮਾ, ਬਰੰਚ ਦਾ ਭਾਵ ਹੈ ਬ੍ਰਹਮਾ, ਸ਼ਿਵ ਜੀ ਬਰੰਚ, ਸ਼ਿਵ ਜੀ ਬ੍ਰਹਮਾ ਆਦਿਕ ਜਿੰਨੇ ਵੀ ਧਾਰਮਿਕ ਪੁਰਸ਼ ਨੇ ਲਗਾਤਾਰ ਨਿਤ ਧਿਆਨ ਸਦਾ ਉਹਦਾ ਧਿਆਨ ਲਗਾਉਂਦੇ ਨੇ, ਉਹਦਾ ਸਿਮਰਨ ਕਰਦੇ ਨੇ। ਜਿਸ ਵੇਦ ਬਖਾਣੈ, ਜਿਹਦੇ ਗੁਣਾਂ ਦਾ ਗਾਇਨ ਵੇਦ ਆਦਿਕ ਗ੍ਰੰਥ ਵੀ ਕਰਦੇ ਨੇ, ਉਹ ਮਾਲਕ ਜਿਹਦਾ ਗਾ ਗਾ ਕੇ ਗੁਣ ਗਾ ਗਾ ਕੇ ਅਸੀਂ ਉਹਦੇ ਗੁਣਾਂ ਨੂੰ ਗ੍ਰਹਿਣ ਤੇ ਕਰ ਸਕਦੇ, ਉਹਦਾ ਅੰਤ ਨਹੀਂ ਅਸੀਂ ਪਾ ਸਕਦੇ। ਉਸ ਮਾਲਕ ਜਿਹਦੇ ਬਾਰੇ ਗੁਰਦੇਵ ਜੀ ਕਹਿੰਦੇ ਨੇ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭਾਵ ਕਿ ਨਿਰੰਕਾਰ ਦਾ ਭਾਵ ਹੈ ਆਕਾਰ ਰਹਿਤ, ਜਿਹਦਾ ਕੋਈ ਆਕਾਰ ਨਹੀਂ। ਕਿਉਂਕਿ ਨਿਰਗੁਣ ਰੂਪ ਦੇ ਵਿੱਚ ਉਸ ਮਾਲਕ ਵਾਹਿਗੁਰੂ ਦਾ ਕੋਈ ਆਕਾਰ ਨਹੀਂ, ਸਰਗੁਣ ਰੂਪ ਦੇ ਵਿੱਚ ਉਹ ਸਾਰਿਆਂ ਦੇ ਵਿੱਚ ਸਮਾਇਆ। ਸਭ ਮਹਿ ਜੋਤ ਜੋਤ ਹੈ ਸੋਏ। ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਦੇ ਅੰਦਰ ਵੀ ਅਸੀਂ ਪੜ੍ਹਦੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰ ਸਾਜੀਏ ਕਰ ਆਸ ਡਿਠੋ ਚਾਓ। ਕਿ ਉਹ ਮਾਲਕ ਸਾਰਿਆਂ ਤੋਂ ਨਿਰਗੁਣ ਰੂਪ ਵਿੱਚ ਨਿਰਲੇਪ ਹੈ, ਸਰਗੁਣ ਕਰਕੇ ਉਹ ਸਾਰਿਆਂ ਦੇ ਵਿੱਚ, ਸਭਨਾ ਦੇ ਵਿੱਚ ਉਹ ਮਾਲਕ ਦੀ ਜੋਤ ਰੁਮਕ ਰਹੀ ਹੈ। ਤੇ ਗੁਰਦੇਵ ਜੀ ਕਹਿੰਦੇ ਨੇ ਉਹ ਪਰਮਾਤਮਾ
ਜਿੱਥੇ ਆਕਾਰ ਰਹਿਤ ਹੈ ਉੱਥੇ ਉਹ ਨਿਰਵੈਰ ਵੀ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਕਈ ਵਾਰ ਅਸੀਂ ਸੰਸਾਰਕ ਪਦਾਰਥਾਂ ਦੇ ਰਿਸ਼ਤਿਆਂ ਦੇ ਮੋਹ ਦੇ ਵਿੱਚ ਆ ਕੇ ਜਦੋਂ ਕੋਈ ਸਾਨੂੰ ਦੁੱਖ ਦਾ ਸਮਾਂ ਆ ਜਾਂਦਾ ਹੈ, ਕਈ ਵਾਰ ਅਸੀਂ ਕਈ ਜੀਵਾਂ ਦੇ ਮੂੰਹਾਂ ਦੇ ਮੁਖ ਤੋਂ ਉੱਪਰ ਇਹ ਗੱਲ ਸੁਣਦੇ ਹਾਂ ਕਿ ਪਰਮਾਤਮਾ ਬੜਾ ਡਾਢਾ, ਉਹਨੇ ਬੜਾ ਵੱਡਾ ਵੈਰ ਕਮਾਇਆ। ਗੁਰੂ ਸਵਾਰਿਓ, ਜਦੋਂ ਦੁੱਖ ਆ ਜਾਂਦਾ ਏ ਉਹ ਦੁੱਖ ਪਰਮਾਤਮਾ ਨੇ ਨਹੀਂ, ਉਹ ਸਾਡੇ ਕੀਤੇ ਹੋਏ ਕਰਮਾਂ ਦਾ ਹੀ ਨਤੀਜਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਬਚਨ ਕਰ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਉਹ ਪਰਮਾਤਮਾ ਨਿਰਵੈਰ ਹੈ, ਅਵਰ ਨਹੀਂ ਦੂਸਰ ਕੋਈ। ਤੇ ਕਹਿੰਦੇ ਕਮਾਲ ਦੀ ਗੱਲ ਏ, ਉਹਦੇ ਵਰਗਾ ਦੂਜਾ ਹੈ ਵੀ ਇਸ ਦੁਨੀਆ ਦੇ ਵਿੱਚ ਕੋਈ ਨਹੀਂ। ਕਿਉਂਕਿ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਕਹਿੰਦੇ ਉਹਦੇ ਪਰਮਾਤਮਾ ਦੇ ਗੁਣਾਂ ਦਾ ਪਾਰਾਵਾਰ ਉਹੀ ਪਾ ਸਕਦਾ ਹੈ ਜਿਹੜਾ ਉਹਦੇ ਬਰਾਬਰ ਦਾ ਹੋਵੇ। ਤੇ ਗੁਰਦੇਵ ਮਥੁਰਾ ਜੀ ਭੱਟ ਜੀ ਕਹਿ ਰਹੇ ਨੇ, ਕਹਿੰਦੇ ਉਹਦੇ ਵਰਗਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਹੈ ਹੀ ਨਹੀਂ। ਤੇ ਉਹ ਪਰਮਾਤਮਾ ਵਾਹਿਗੁਰੂ ਜਿਹਦੇ ਬਾਰੇ ਅੱਗੇ ਭੱਟ ਸਾਹਿਬਾਨ ਜੀ ਬਿਆਨ ਕਰਦੇ ਨੇ, ਭੰਜਨ ਗੜਨ ਸਮੱਥ, ਭਾਵ ਕਿ ਜਿਹੜਾ ਪਰਮਾਤਮਾ ਜੀਵਾਂ ਨੂੰ ਪੈਦਾ ਕਰਨ, ਉਹਨਾਂ ਦੀ ਪਾਲਣਾ ਕਰਨ ਤੇ ਉਹਨਾਂ ਦਾ ਸੰਘਾਰ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰੂ ਸਵਾਰਿਓ, ਭਾਵੇਂ ਮਨੁੱਖ ਆਪਣੇ ਆਪ ਦੇ ਵਿੱਚ ਇਹ ਕਿੰਨਾ ਵੀ ਆਪਣੇ ਜੀਵਨ ਦੇ ਵਿੱਚ ਇਹ ਗੱਲ ਨੂੰ ਅਪਣਾ ਲਵੇ ਕਿ ਸਾਰੇ ਕਾਰਜ ਮੈਂ ਕਰਦਾ ਹਾਂ, ਅੱਜ ਦੁਨੀਆ ਦੇ ਵਿੱਚ ਸਾਰੇ ਜਿੰਨੀਆਂ ਸੁੱਖ ਸਹੂਲਤਾਂ ਨੇ ਇਹ ਮੇਰੇ ਕਰਕੇ ਨੇ, ਮੇਰੀ ਹੀ ਬਦੌਲਤ, ਮੇਰੇ ਉਦਮ ਦੇ ਨਾਲ। ਹਾਂ, ਉਦਮ ਕਰਨਾ ਗੁਰੂ ਸਾਹਿਬ ਜੀ ਦੇ ਘਰ ਦਾ ਉਪਦੇਸ਼ ਹੈ, ਉਦਮ ਕਰਨਾ ਚਾਹੀਦਾ, ਲੇਕਿਨ ਉਦਮ ਦੇ ਨਾਲ ਹੰਕਾਰ ਲੈ ਆਉਣਾ ਕਿ ਮੇਰੇ ਦੁਆਰਾ ਹੋਇਆ, ਗੁਰਦੇਵ ਜੀ ਕਹਿੰਦੇ ਇੱਥੇ ਫਿਰ ਜੀਵਨ ਦਾ ਵਿਕਾਸ ਰੁਕ ਜਾਂਦਾ ਹੈ। ਕਿਉਂਕਿ ਅਸਲੀ ਰੂਪ ਵਿੱਚ ਜਦੋਂ ਪਰਮਾਤਮਾ ਦੇ ਗੁਣਾਂ ਦੀ ਕੋਈ ਸਾਂਝ ਕਰਦਾ ਏ, ਉਹ ਫਿਰ ਇਹ ਗੱਲ ਨੂੰ ਜਾਣ ਲੈਂਦਾ ਏ ਕਿ ਇਸ ਦੁਨੀਆ ਨੂੰ ਪੈਦਾ ਕਰਨ ਵਾਲਾ ਵੀ, ਭਾਵੇਂ ਇਸ ਦੁਨੀਆ ਵਿੱਚ ਬੜਾ ਕਿਹਾ ਗਿਆ ਏ, ਕਈਆਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਦੱਸੀਆਂ ਗਈਆਂ ਕਿ ਫਲਾਣਾ ਪੈਦਾ ਕਰਦਾ ਏ, ਫਲਾਣਾ ਰਿਜ਼ਕ ਦਿੰਦਾ, ਫਲਾਣਾ ਸੰਘਾਰ ਕਰਦਾ ਹੈ, ਲੇਕਿਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਇਹ ਗੱਲ ਕਹਿੰਦਾ ਏ ਕਿ ਉਹ ਮਾਲਕ ਹੀ ਸਾਰਿਆਂ ਨੂੰ ਪੈਦਾ ਕਰਦਾ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਚੱਲਦਾ ਏ। ਤੇ ਗੁਰਦੇਵ ਜੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਜਦੋਂ ਆਪਾਂ ਬਚਨ ਪੜ੍ਹਦੇ ਆ ਨਾ, ਕਹਿੰਦੇ ਉਹ ਮਾਲਕ ਦੀ ਕਿਰਪਾ ਹੋਵੇ ਤੇ ਉਹ ਕਹਿੰਦੇ ਕਿ ਜੇ ਕੋਈ ਰੋਂਦਾ ਜਾਂਦਾ ਏ ਉਹਨੂੰ ਹਸਾ ਵੀ ਦਿੰਦਾ ਏ, ਉਹਦੇ ਜੀਵਨ ਵਿੱਚ ਇਹੋ ਜਿਹੀਆਂ ਬਖਸ਼ਿਸ਼ਾਂ ਪੈਦਾ ਕਰ ਦਿੰਦਾ ਏ। ਜਦੋਂ ਭਗਤ ਕਬੀਰ ਜੀ ਦੇ ਬਚਨ ਪੜ੍ਹਦੇ, ਕਹਿੰਦੇ ਉਹ ਮਾਲਕ ਦੀ ਏਡੀ ਵਡਿਆਈ ਕਿ ਕੋਈ ਹੱਸਦਾ ਜਾਂਦਾ ਹੋਵੇ, ਅਗਲੇ ਪਲਾਂ ਦੇ ਵਿੱਚ ਮਿਲਦਾ ਤੇ ਰੋਂਦਾ ਆਉਂਦਾ ਏ। ਪੁੱਛਦੇ ਕੀ? ਕਹਿੰਦੇ ਹੁਣੇ ਖੁਸ਼ ਜਾ ਰਿਹਾ ਸੀ ਲੇਕਿਨ ਆ ਭਾਣਾ ਵਾਪਰ ਗਿਆ। ਕਹਿੰਦੇ ਕੋਈ ਰੋਂਦਾ ਹੋਇਆ ਮਿਲਦਾ ਏ, ਥੋੜੇ ਸਮੇਂ ਵਿੱਚ ਖੁਸ਼ੀ ਦੇ ਵਿੱਚ ਉਹ ਖੀਵਾ ਹੁੰਦਾ ਏ, ਕਿਉਂਕਿ ਪਰਮਾਤਮਾ ਦੇ ਰੰਗ ਹੈ। ਕੋਈ ਵਸਦਾ ਏ, ਚੰਗਾ ਭਲਾ ਵਸਦਾ ਪਿਆ ਏ, ਇੱਕ ਖਿਣ ਦੇ ਵਿੱਚ ਉਹਦਾ ਉਜਾੜਾ ਹੋ ਜਾਂਦਾ ਤੇ ਕਿਤੇ ਉਜੜੇ ਹੋਏ ਨੂੰ ਵੀ ਇਹੋ ਜਿਹੀ ਬਖਸ਼ਿਸ਼ ਮਿਲ ਜਾਂਦੀ ਕਿ ਉਹ ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਇਹ ਮਾਲਕ ਦੇ ਰੰਗ ਨੇ ਕਿ ਉਹ ਨਦੀਆਂ, ਨਾਲਿਆਂ, ਦਰਿਆਵਾਂ ਦੇ ਵਿੱਚ ਪਾਣੀ ਦੇ ਵਹਾਅ ਵੀ ਵਗਾ ਸਕਦਾ ਏ, ਸਮੁੰਦਰਾਂ ਦੇ ਵਿੱਚ ਵਹਾਅ ਵੀ ਵਗਾ ਸਕਦਾ ਏ ਤੇ ਸਮੁੰਦਰਾਂ ਵਿੱਚ ਥਲ ਵੀ ਪੈਦਾ ਕਰ ਸਕਦਾ ਏ। ਭਖਾਰੀ ਨੂੰ ਰਾਜ ਦੇ ਦਿੰਦਾ ਏ ਤੇ ਰਾਜੇ ਨੂੰ ਭਖਾਰੀ ਵੀ ਬਣਾ ਸਕਦਾ। ਭਗਤ ਕਬੀਰ ਜੀ ਦੇ ਆਪਾਂ ਜਦੋਂ ਬਚਨ ਪੜ੍ਹਦੇ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਬਸੈ, ਭਾਵ ਕਿ ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ, ਜਲ ਤੇ ਥਲ ਕਰ ਥਲ ਤੇ ਕੂਵਾ, ਕੂਪ ਤੇ ਮੇਰ ਕਰਾਵੈ। ਕਹਿੰਦੇ ਕਿ ਕਿਤੇ ਉਹ ਥਲ ਜਿਹੜੇ ਨੇ ਉਹਨਾਂ ਵਿੱਚ ਪਾਣੀ ਦੇ ਵਹਾਅ ਪੈਦਾ ਕਰ ਦਿੰਦਾ ਏ ਤੇ ਕਿਤੇ ਥਲਾਂ ਦੇ ਵਿੱਚੋਂ ਜਿੱਥੇ ਪਾਣੀ ਦੇ ਵਹਾਅ ਹੁੰਦੇ ਉੱਥੇ ਪਾਣੀਆਂ ਵਿੱਚ ਥਲ ਪੈਦਾ ਕੀਤੇ ਜਾਂਦੇ ਨੇ ਉਸ ਮਾਲਕ ਦੇ। ਫਿਰ ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਹੋਰ ਜਦੋਂ ਆਪਾਂ ਬਖਸ਼ਿਸ਼ ਵੇਖਦੇ ਆ, ਉਹ ਵੀ ਸਾਨੂੰ ਉਪਦੇਸ਼ ਦੇ ਕੇ ਨਵਾਜਦੇ ਨੇ ਕਿ ਜਿਹੜੇ ਮਾਸ ਖਾਣ ਵਾਲੇ ਜਾਨਵਰ ਨੇ ਉਹ ਪਰਮਾਤਮਾ ਦੀ ਕਿਤੇ ਨਜ਼ਰ ਪੱਠੀ ਹੋ ਜਾਵੇ ਉਹਨਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਦਿੱਤਾ ਜਾਂਦਾ ਹੈ। ਤੇ ਜਿਹੜੇ ਜੀਵ ਇਸ ਦੁਨੀਆ ਵਿੱਚ ਨਚੀਜ਼ ਸਮਝਦੇ ਨੇ ਉਹਨਾਂ ਨੂੰ ਤਖਤਾਂ ਤੇ ਰਾਜ ਦੇ ਕੇ ਨਵਾਜਿਆ ਜਾਂਦਾ ਹੈ।
ਸ਼ੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਪਾਤ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਉਹ ਮਾਲਕ ਦੇ ਰੰਗ ਨੇ। ਤੇ ਗੁਰਦੇਵ ਜੀ ਇਸ ਕਰਕੇ ਕਹਿੰਦੇ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਆ, ਕਹਿੰਦੇ ਹੰਕਾਰ ਬੰਦੇ ਨਹੀਂ ਕਰਨਾ। ਭਗਤ ਕਬੀਰ ਜੀ ਦੇ ਜਦੋਂ ਬਚਨ ਪੜ੍ਹਦੇ ਆ, ਆਪਾਂ ਸਲੋਕਾਂ ਦੇ ਅੰਦਰ ਪੜ੍ਹ ਕੇ ਉਹਦੀ ਵਿਚਾਰ ਵੀ ਕਰਕੇ ਗਏ ਪਿਛਲੇ ਸਮੇਂ ਦੇ ਅੰਦਰ। ਭਗਤ ਕਬੀਰ ਜੀ ਕਹਿੰਦੇ ਜੇ ਉਸ ਮਾਲਕ ਦੇ ਨਾਲ ਨੇੜਤਾ ਰੱਖਣੀ ਹੈ ਤੇ ਫਿਰ ਮਾਲਕ ਦੇ ਗੁਣਾਂ ਨੂੰ ਧਾਰਨ ਕਰਨਾ ਪਵੇਗਾ। ਤੇ ਉਸ ਸਾਰੇ ਪਸਾਰੇ ਦਾ ਮਾਲਕ ਜੋ ਦਿਸਦਾ ਅਣਦਿਸਦਾ ਏ, ਉਹਦਾ ਮਾਲਕ ਪਰਮਾਤਮਾ ਨੂੰ ਮੰਨਣਾ ਪਵੇਗਾ। ਤੇ ਭੱਟ ਮਥੁਰਾ ਜੀ ਕਹਿੰਦੇ ਉਹ ਪਰਮਾਤਮਾ ਜੋ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ, ਤਰਨ ਦਾ ਪਾਵੈ ਜਹਾਜ਼। ਕਿ ਉਹ ਮਾਲਕ ਜਿਹੜਾ ਜੀਵਾਂ ਨੂੰ ਪੈਦਾ ਕਰਦਾ, ਜਿਹੜਾ ਸੰਭਾਲ ਕਰਦਾ, ਜਿਹੜਾ ਸ਼ਿੰਗਾਰ ਕਰਦਾ, ਜੋ ਸੰਸਾਰ ਨੂੰ ਤਾਰਨ ਵਾਸਤੇ ਬਖਸ਼ਿਸ਼ ਦਾ ਜਿਹੜਾ ਗੁਣਾਂ ਦਾ ਜਹਾਜ਼ ਤਿਆਰ ਕਰਕੇ ਸੰਸਾਰ ਨੂੰ ਉਸ ਨਾਮ ਰੂਪੀ ਬੇੜੇ ਦੇ ਰਾਹੀਂ ਸੰਸਾਰ ਤੋਂ ਪਾਰ ਕਰ ਦਿੰਦਾ ਹੈ, ਉਹ ਮਾਲਕ ਜਿਸ ਦੇ ਬਾਰੇ ਅੱਗੇ ਭੱਟ ਮਥੁਰਾ ਜੀ ਕਹਿੰਦੇ ਨਾਨਾ ਪ੍ਰਕਾਰ ਜਿਨ ਜਗ ਕੀਓ। ਨਾਨਾ ਦਾ ਭਾਵ ਕਈ ਪ੍ਰਕਾਰ, ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਇਸ ਸੰਸਾਰ ਨੂੰ ਮਾਲਕ ਪੈਦਾ ਕਰਦਾ ਹੈ। ਕਿਉਂਕਿ ਜਦੋਂ ਆਪਾਂ ਬਚਨ ਪੜ੍ਹਦੇ ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਵੜੀ ਕਲਾਮ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ। ਅਨੇਕ ਰੰਗਾਂ ਦੀਆਂ ਕਿਸਮਾਂ ਦੇ ਜੀਵਾਂ ਨੂੰ ਉਹ ਪੈਦਾ ਕਰਦੇ ਨੇ, ਫਿਰ ਉਹਨਾਂ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਪਾਲਣਾ ਵੀ ਕਰਦੇ ਨੇ। ਕਿਸੇ ਨੂੰ ਪੱਥਰਾਂ ਦੇ ਵਿੱਚ ਪੈਦਾ ਕਰਕੇ ਪੱਥਰਾਂ ਦੇ ਵਿੱਚ ਵੀ ਉਹਨਾਂ ਨੂੰ ਰਿਜ਼ਕ ਦੇ ਕੇ ਨਵਾਜਦੇ ਨੇ। ਜੰਗਲਾਂ ਦੇ ਵਿੱਚ ਪੈਦਾ ਕਰਕੇ ਉਹਨਾਂ ਨੂੰ ਜੰਗਲਾਂ ਵਿੱਚ ਹੀ ਉਹਨਾਂ ਦੀ ਖੁਰਾਕ ਦਾ ਪ੍ਰਬੰਧ ਕਰਦੇ, ਉਹਨਾਂ ਦੇ ਪਾਲਣ ਪੋਸ਼ਣ ਦਾ ਪ੍ਰਬੰਧ ਉਹ ਮਾਲਕ ਜੀ ਆਪ ਕਰਦੇ ਨੇ। ਤੇ ਗੁਰਦੇਵ ਜੀ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਆ ਕਿ ਉਹ ਮਾਲਕ ਜਿਹਦੇ ਬੇਅੰਤ ਗੁਣ ਨੇ, ਉਸ ਮਾਲਕ ਦੇ ਨਾਲ ਜਦੋਂ ਸਾਡਾ ਨਾਤਾ ਜੁੜ ਜਾਵੇ ਤੇ ਫਿਰ ਇਸ ਸੰਸਾਰ ਦੇ ਅੰਦਰ ਸੰਸਾਰ ਦੀ ਖੇਡ ਨੂੰ ਸਮਝਿਆ ਜਾ ਸਕਦਾ, ਉਹ ਸਮਝ ਫਿਰ ਦੇ ਆਉਂਦੀ ਹੈ। ਤੇ ਇੱਥੇ ਵੀ ਭੱਟ ਜੀ ਕਹਿੰਦੇ ਨਾਨਾ ਪ੍ਰਕਾਰ ਜਿਨ ਜਗ ਕੀਓ, ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ। ਕਹਿੰਦੇ ਉਹ ਮਾਲਕ ਜਿਨਨੇ ਅਨੇਕ ਤਰੀਕਿਆਂ ਨਾਲ ਸੰਸਾਰ ਨੂੰ ਪੈਦਾ ਕੀਤਾ ਏ, ਤੇ ਜਿਸ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਾਸ ਮਥੁਰਾ ਵੀ ਨਾਮ ਸਿਮਰਨ ਕਰਦਾ, ਉਸ ਦੇ ਸਿਮਰਨ ਦੀ ਦਾਤ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਏ। ਕਹਿੰਦੇ ਉਹ ਬੇਅੰਤ ਗੁਣਾਂ ਦਾ ਮਾਲਕ ਜਿਹੜਾ ਅਪਹੁੰਚ ਹੈ, ਜਿਹਦੇ ਬੇਅੰਤ ਗੁਣ ਨੇ, ਜਿਹਦਾ ਕੋਈ ਆਦ ਨਹੀਂ ਪਾਪ ਵਿੱਚ ਜਾਣ ਸਕਦਾ, ਜਿਹੜਾ ਸਦਾ ਨਿਰਵੈਰ ਹੈ, ਜਿਹੜਾ ਆਕਾਰ ਰਹਿਤ ਹੈ, ਜਿਹੜਾ ਸੰਸਾਰ ਨੂੰ ਪੈਦਾ ਕਰਨ ਪਾਲਣ ਤੇ ਸ਼ਿੰਗਾਰ ਕਰਨ ਵਾਲਾ ਏ, ਉਹ ਮਾਲਕ ਦੀਆਂ ਬਖਸ਼ਿਸ਼ਾਂ ਬਾਰੇ ਆਖਰੀ ਪੰਕਤੀ ਵਿੱਚ ਦੱਸਦੇ ਨੇ। ਕਹਿੰਦੇ ਉਹ ਮਾਲਕ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ। ਕਹਿੰਦੇ ਉਹ ਮਾਲਕ ਜਿਹਦੀਆਂ ਵਡਿਆਈਆਂ ਦਾ ਆਪਾਂ ਗਾਇਨ ਕੀਤਾ ਹੈ ਨਾ, ਕਹਿੰਦੇ ਉਹ ਸ੍ਰੀ ਸਤਨਾਮ ਕਰਤਾ ਪੁਰਖ, ਉਹ ਮਾਲਕ ਵਾਹਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹਿਰਦੇ ਵਿੱਚ ਨਿਵਾਸ ਕਰਦੇ ਨੇ। ਤੇ ਗੁਰੂ ਸਵਾਰਿਓ ਇਹ ਨਿਵਾਸ ਐਵੇਂ ਨਹੀਂ ਹੋ ਗਿਆ, ਕਿਉਂਕਿ ਇਹ ਨਿਵਾਸ ਉਦੋਂ ਹੁੰਦਾ ਏ, ਉਦੋਂ ਜੀਵਾਂ ਦੇ ਵਿੱਚ ਦੂਸਰੇ ਜੀਵ ਨੂੰ ਦਿਖਦਾ ਏ ਜਦੋਂ ਵੇਖਣ ਵਾਲਾ ਵੀ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋਵੇ। ਤੇ ਜਿਹਦੇ ਅੰਦਰੋਂ ਇਹ ਨਿਵਾਸ ਵੇਖਿਆ ਜਾਂਦਾ ਏ ਨਾ, ਉਹ ਮਾਲਕ ਵਾਹਿਗੁਰੂ ਵੀ ਜਿਹੜਾ ਜਿਸ ਦੇ ਜੀਵ ਦੇ ਅੰਦਰ ਪੈਦਾ ਹੁੰਦਾ, ਉਹ ਜੀਵ ਵੀ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋਵੇ। ਤੇ ਹੁਣ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਜਿਨ੍ਹਾਂ ਦੀ ਗੱਲ ਹੋ ਰਹੀ ਹੈ, ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਆਪਾਂ ਦੇਖੀਏ, ਕੁਝ ਬਾਣੀ ਦੇ ਪ੍ਰਮਾਣ ਲੈ ਕੇ ਤੇ ਕੁਝ ਜੀਵਨ ਦੇ ਵਿੱਚੋਂ, ਗੁਰੂ ਸਵਾਰਿਓ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਪਰਥਾਏ ਕਹਿੰਦੇ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ। ਕਿ ਉਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜਦੋਂ ਜੀਵਨ ਨੂੰ ਪੜ੍ਹਦੇ ਹੈ ਤੇ ਆਪਣਾ ਧਿਆਨ ਲੈ ਕੇ ਚੱਲੀਏ, ਲਾਹੌਰ ਦੀ ਧਰਤੀ ਤੇ 1534 ਈਸਵੀ ਨੂੰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜਨਮ ਹੁੰਦਾ ਹੈ, ਕੁਝ ਜ਼ਿੰਦਗੀ ਦੇ ਜੇ ਸਾਲ ਜਿਹੜੇ ਉੱਥੇ ਬਤੀਤ ਹੁੰਦੇ ਨੇ ਤੇ ਮਾਤਾ ਦੀ ਚੜ੍ਹਾਈ ਕਰ ਜਾਂਦੇ ਨੇ। ਫਿਰ ਉਸ ਤੋਂ ਬਾਅਦ ਚ ਪਰਵਰਿਸ਼ ਜਿਹੜੀ ਹੈ ਉਹ ਸਾਰੀ ਪਿਤਾ ਦੇ ਉੱਪਰ ਆ ਕੇ ਪੈਂਦੀ ਹੈ।
ਤੇ ਜਦੋਂ ਪਿਤਾ ਜੀ ਸੰਭਾਲ ਕਰਦੇ ਨੇ, ਨਾਲ ਕਾਰ ਵਿਹਾਰ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ, ਤਾਂ ਕੁਝ ਹੀ ਸਾਲਾਂ ਦੇ ਹੋਰ ਅਜੇ ਉਮਰ ਬਤੀਤ ਹੁੰਦੀ ਹੈ, 7 ਕੁ ਸਾਲ ਦਾ ਸਮਾਂ ਹੁੰਦਾ ਹੈ। ਤੇ ਇੱਕ ਦਿਨ ਪਿਤਾ ਜੀ ਦਾ ਸਾਇਆ ਵੀ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜੀਵਨ ਤੋਂ ਉੱਠ ਜਾਂਦਾ ਹੈ। ਤੇ ਹੁਣ ਵੇਖੀਏ, ਜਿਸ ਬੱਚੇ ਦੇ 7 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਦੋਨਾਂ ਦਾ ਹੀ ਸਾਇਆ ਉੱਠ ਜਾਵੇ, ਪਰਛਾਵਾਂ ਉੱਠ ਜਾਏ, ਚੜ੍ਹਾਈ ਕਰ ਜਾਣ, ਤੇ ਫਿਰ ਦੁਨੀਆ ਉਸ ਨੂੰ ਇੱਕ ਨਾਮ ਦਿੰਦੀ, ਉਹ ਨਾਮ ਹੈ ਯਤੀਮ, ਕਿ ਇਹ ਬੱਚਾ ਯਤੀਮ ਹੋ ਗਿਆ। ਤੇ ਜਿੱਥੇ ਨਾਮ ਯਤੀਮ ਦਿੰਦੀ ਹੈ, ਉੱਥੇ ਉਸ ਬੱਚੇ ਨੂੰ ਜ਼ਿੰਦਗੀ ਜਿਉਣ ਵਾਸਤੇ ਉਹਦੇ ਅੱਗੇ ਰਸਤੇ ਵੀ ਦੋ ਹੀ ਛੱਡਦੀ ਹੈ, ਜਾਂ ਤੇ ਉਹ ਬੱਚਾ ਭੀਖ ਮੰਗਣੀ ਸ਼ੁਰੂ ਕਰ ਦੇਵੇ, ਜਾਂ ਫਿਰ ਉਹ ਬੱਚਾ ਚੋਰੀਆਂ ਕਰਨੀਆਂ ਸ਼ੁਰੂ ਕਰ ਦੇਵੇ। ਪਰ ਸਦਕੇ ਜਾਈਏ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ, ਜਿਨ੍ਹਾਂ ਦੋਨਾਂ ਹੀ ਰਸਤਿਆਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਤਿਆਰ ਕੀਤਾ, ਕਿਰਤ ਕਰੋ, ਕਿਰਤ ਨੂੰ ਅਪਣਾਇਆ। ਤੇ 7 ਸਾਲ ਦੀ ਉਮਰ ਵਿੱਚ ਉਹਨਾਂ ਨੇ ਘੁੰਗਣੀਆਂ ਵੇਚਣ ਦੀ ਕਿਰਤ ਕੀਤੀ। ਗੁਰੂ ਸਵਾਰਿਓ, ਇਹ ਜਦੋਂ ਸਮਾਂ ਦੁਨੀਆ ਦੇ ਵਿੱਚ ਚੰਗਾ ਹੋਵੇ ਨਾ, ਉਦੋਂ ਸਾਰੇ ਹੀ ਸਾਡੇ ਆਪਣੇ ਬਣ ਜਾਂਦੇ ਨੇ, ਤੇ ਜਦੋਂ ਦੁਨੀਆ ਦੇ ਵਿੱਚ ਕੋਈ ਮੁਸੀਬਤ ਪੈ ਜਾਵੇ, ਫਿਰ ਆਪਣੇ ਵੀ ਪਰਾਏ ਹੋ ਜਾਂਦੇ ਨੇ। ਆਪਾਂ ਉਪਦੇਸ਼ ਗੁਰੂ ਸਾਹਿਬ ਜੀ ਦਾ ਪੜ੍ਹਦੇ ਨਾ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਸਰਾਓ। ਜਦੋਂ ਉਹ ਮਾਲਕ ਵਾਹਿਗੁਰੂ ਦੀ ਰਹਿਮਤ ਹੋ ਜਾਵੇ ਤੇ ਫਿਰ ਦਿਨ ਮੁੜ ਆਉਂਦੇ ਨਹੀਂ, ਤੇ ਸੰਸਾਰ ਤੇ ਕਿਨਾਰਾ ਕਰ ਜਾਂਦਾ ਹੈ। ਤੇ ਇੱਕ ਕਵੀ ਦੇ ਬੋਲ ਬੜੇ ਸੁੰਦਰ ਨੇ, ਇਹਦੇ ਨਾਲ ਟੁਕਦੇ ਹੀ। ਉਹ ਕਵੀ ਲਿਖਦਾ ਏ, ਕਹਿੰਦਾ, ਵਿੱਚ ਸੁੱਖਾਂ ਦੇ ਦੁਨੀਆ ਨੇੜੇ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਦਿਨ ਥੋੜੇ ਉਲਟੇ ਹੋ ਜਾਣ ਤੇ ਸਾਰੇ ਸਾਥ ਛੱਡ ਦਿੰਦੇ ਨੇ, ਪਰ ਉਸ ਵੇਲੇ ਫਿਰ ਸਾਥ ਬਣਦਾ ਏ ਭਾਈ ਜੇਠਾ ਜੀ ਦਾ ਬਾਬਾ ਅਮਰਦਾਸ ਜੀ ਦੇ ਨਾਲ। ਜਦੋਂ ਬਾਬਾ ਅਮਰਦਾਸ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਰੂਪ ਦੇ ਵਿੱਚ ਸੰਸਾਰ ਦਾ ਉਧਾਰ ਕਰਦੇ ਨੇ, ਉਦੋਂ ਭਾਈ ਜੇਠਾ ਜੀ ਵੀ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਬਣਨ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਜਾਂਦੇ ਨੇ। ਉੱਥੇ ਰਹਿ ਕੇ ਨਿਤਾ ਪ੍ਰਤੀ ਜਿੱਥੇ ਘੁੰਗਣੀਆਂ ਦੀ ਕਾਰ ਵੀ ਕਰਦੇ ਨੇ, ਉੱਥੇ ਕਾਰ ਦੇ ਨਾਲ ਸੇਵਾ ਵੀ ਕਰਦੇ ਨੇ। ਜੀਵਨ ਦੇ ਨਿਰਵਾਹ ਵਾਸਤੇ ਕਾਰਜ ਵੀ ਕੰਮ ਵੀ ਕਰਦੇ ਨੇ, ਤੇ ਆਪਣੇ ਪਰਲੋਕ ਸਵਾਰਨ ਦੇ ਵਾਸਤੇ, ਸੰਸਾਰ ਸਵਾਰਨ ਦੇ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਵੀ ਕਰਦੇ ਨੇ। ਤੇ ਸੇਵਾ ਵੀ ਇੰਨੇ ਤਤਪਰ ਹੋ ਕੇ ਕਿ ਜੋ ਗੁਰੂ ਰਾਮਦਾਸ ਜੀ ਦੇ ਬਣ ਕੇ ਉਹਨਾਂ ਲਿਖਿਆ ਨਾ, ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ। ਵਾਕਿਆ ਹੀ ਉਹ ਗੁਰੂ ਦੀ ਰਹਿਮਤ ਵਰਤੀ, ਗੁਰੂ ਦੇ ਦਰ ਦਾ ਪਾਤਰ ਆਪਣੇ ਆਪ ਨੂੰ ਭਾਈ ਜੇਠਾ ਜੀ ਨੇ ਬਣਾਇਆ ਲਗਾਤਾਰ। ਤੇ ਮੈਂ ਇਹ ਵੀ ਬੇਨਤੀ ਕਰਾਂ, ਅਸੀਂ ਤੇ ਕਿਤੇ ਥੋੜਾ ਸਮਾਂ ਵੀ ਸੇਵਾ ਕਰ ਲਈਏ, ਸਾਡੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਕੋਈ ਸਾਨੂੰ ਕਹਿ ਦਵੇ ਕਿ ਬੜੀ ਸੇਵਾ ਕਰਦਾ ਹੈ, ਥੋੜੀ ਜੀ ਸੇਵਾ ਨਾਲ ਹੀ ਅਸੀਂ ਆਪਣੇ ਅੰਦਰ ਬੜਾ ਵੱਡਾ ਹੰਕਾਰ ਦਾ ਜ਼ਖੀਰਾ ਇਕੱਠਾ ਕਰ ਲੈਂਦੇ ਆ। ਪਰ ਭਾਈ ਜੇਠਾ ਜੀ ਗੁਰੂ ਰਾਮਦਾਸ ਜੀਆਂ ਦੇ ਜੀਵਨ ਵਿੱਚੋਂ ਜਦੋਂ ਪੜ੍ਹਦੇ ਆ ਨਾ, ਤੇ ਦਿਨ ਰਾਤ ਉਹ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ। ਗੋਇੰਦਵਾਲ ਸਾਹਿਬ ਬੌਲੀ ਦਾ ਨਿਰਮਾਣ ਹੋ ਰਿਹਾ ਹੈ, ਰਾਤ ਦਾ ਸਮਾਂ ਹੈ। ਭਾਈ ਬੱਲੂ ਆਦਿਕ ਸਿੱਖਾਂ ਨੂੰ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਉਹ ਸਾਰੇ ਉਸ ਇਲਾਕੇ ਦੇ ਵਿੱਚ ਵਿਚਰ ਰਹੇ ਨੇ, ਤੇ ਦੇਖਦੇ ਨੇ ਕੋਈ ਲਾਲਟਨ ਦੀ ਰੋਸ਼ਨੀ ਦੇ ਨਾਲ ਉੱਥੇ ਕੋਈ ਬੰਦਾ ਜਿਹੜਾ ਵਿਚਰਦਾ ਪਿਆ ਹੈ। ਭਾਈ ਬੱਲੂ ਨੂੰ ਪੁੱਛਿਆ, ਪਤਾ ਕਰੋ ਕੌਣ ਹੈ। ਆ ਕੇ ਦੱਸਦੇ, ਕਹਿੰਦੇ ਗੁਰੂ ਸਾਹਿਬ ਜੀ ਉਹ ਆਪਣਾ ਜੇਠਾ ਹੈ। ਬੁਲਾਇਆ ਗਿਆ, ਜੇਠਿਆ ਅੱਧੀ ਰਾਤ ਦਾ ਸਮਾਂ ਹੈ, ਇਸ ਵੇਲੇ? ਕਹਿੰਦੇ ਹੱਥ ਜੋੜ ਕੇ ਕਹਿੰਦੇ, ਗੁਰੂ ਮਹਾਰਾਜ ਜਦੋਂ ਬੌਲੀ ਦੀ ਸੇਵਾ ਕਰਨ ਵਾਸਤੇ ਸੰਗਤ ਆਉਂਦੀ ਹੈ ਨਾ, ਬਾਲਟੇ ਟੋਕਰੀਆਂ ਕਈਆਂ ਆਦਿਕ ਬਿੰਨੂ ਆਦਿਕ ਜਦੋਂ ਵਰਤਦੇ ਨੇ, ਸ਼ਾਮ ਨੂੰ ਉੱਥੇ ਹੀ ਛੱਡ ਕੇ ਚਲੇ ਜਾਂਦੇ ਨੇ। ਆਪਾਂ ਵੀ ਇਦਾਂ ਹੀ ਕਰਦੇ ਆ, ਚਾਹੇ ਧਵਾਈ ਦੀ ਸੇਵਾ ਹੋਵੇ, ਚਾਹੇ ਲੰਗਰ ਦੇ ਵਿੱਚ ਹੋਵੇ, ਚਾਹੇ ਕਾਰ ਸੇਵਾ ਹੋਵੇ, ਜਿੱਥੋਂ ਅਸੀਂ ਵਸਤੂ ਲੈਣੀ ਉੱਥੇ ਟਿਕਾਉਣ ਦੀ ਹਿੰਮਤ ਨਹੀਂ ਰੱਖਦੇ, ਜਿੱਥੇ ਦਿਲ ਕਰਦਾ ਛੱਡ ਕੇ ਤੁਰ ਜਾਂਦੇ। ਇਦਾਂ ਹੀ ਜਦੋਂ ਸੰਗਤ ਸ਼ਾਮ ਨੂੰ ਚਲੇ ਜਾਂਦੀ ਹੈ, ਤੇ ਮੈਂ ਰੋਜ਼ ਹੀ ਇਹ ਸਾਰਾ ਸਮਾਨ ਇੱਕ ਜਗ੍ਹਾ ਤੇ ਇਕੱਠਾ ਕਰਦਾ ਕਿ ਜਦੋਂ ਸਵੇਰੇ ਸੰਗਤ ਆਵੇ ਉਹਨੂੰ ਕੋਈ ਮੁਸ਼ਕਲ ਨਾ ਆਵੇ। ਤੇ ਮਹਾਰਾਜ ਅੱਜ ਸੰਗਤ ਬਹੁਤ ਆਈ ਸੀ, ਮੈਂ ਉਹਨਾਂ ਦੀ ਸੇਵਾ ਦੇ ਵਿੱਚ ਲੱਗਾ ਰਿਹਾ।
ਦੇਰ ਹੋ ਗਈ, ਮੈਂ ਆਰਾਮ ਕਰ ਲੱਗਾ ਸੀ, ਮੈਨੂੰ ਪਤਾ ਲੱਗਾ, ਫਿਰ ਮਨ ਵਿੱਚ ਆਈ, ਮਨਾ ਸਾਰੇ ਸਮਾਨ ਦੀ ਸੰਭਾਲ ਕਰ, ਸਵੇਰੇ ਸੰਗਤ ਨੂੰ ਮੁਸ਼ਕਲ ਨਾ ਆਵੇ। ਤੇ ਉਸ ਵੇਲੇ ਗੁਰੂ ਅਮਰਦਾਸ ਜੀ ਜਾਣੀ ਜਾਣ ਉਹਨੂੰ ਕਹਿੰਦੇ ਨੇ, ਕਹਿੰਦੇ ਜੇ ਦੂਜੇ ਛੱਡ ਕੇ ਚਲੇ ਗਏ ਤੇ ਤੈਨੂੰ ਏਡੀ ਕੀ ਲੋੜ ਸੀ ਇਕੱਠਾ ਕਰਨ ਦੀ। ਤੇ ਭਾਈ ਜੇਠਾ ਜੀ ਕਹਿੰਦੇ ਮੇਰਾ ਘਰ ਹੈ ਤੇ ਇਸ ਘਰ ਦੇ ਵਿੱਚ ਸਫਾਈ ਰੱਖਣਾ ਮੇਰਾ ਫਰਜ਼ ਬਣਦਾ ਹੈ। ਤੇ ਗੁਰੂ ਅਮਰਦਾਸ ਜੀ ਮੁਸਕਰਾ ਕੇ ਕਹਿੰਦੇ ਜੇਠਿਆ ਤੇਰਾ ਘਰ ਹੈ? ਤੇ ਹੱਥ ਜੋੜ ਕੇ ਕਹਿਣ ਲੱਗਾ ਮਾਲਕ ਜੀ, ਭਾਵੇਂ ਇਸ ਘਰ ਦਾ ਮਾਲਕ ਨਹੀਂ ਹੈ ਮੈਂ, ਪਰ ਇਸ ਘਰ ਦਾ ਗੁਲਾਮ ਤੇ ਹਾਂ, ਇਸ ਘਰ ਦਾ ਸੇਵਕ ਤੇ ਹਾਂ, ਇਸ ਘਰ ਦਾ ਸੇਵਾਦਾਰ ਤੇ ਹਾਂ। ਸੇਵਾਦਾਰ ਦਾ ਫਰਜ਼ ਬਣਦਾ ਹੈ ਆਪਣੇ ਮਾਲਕ ਦੀ ਵਫਾਦਾਰੀ ਕਰਨੀ। ਇਹੋ ਜਿਹੀਆਂ ਬਖਸ਼ਿਸ਼ਾਂ ਧਾਰਨ ਕਰਕੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਬਣੇ ਸਨ, ਜਿਨ੍ਹਾਂ ਦੇ ਅੰਦਰ ਭੱਟ ਮਥੁਰਾ ਜੀ ਕਹਿੰਦੇ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਹਿ ਬਸੇ। ਉਸ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਮਹਿਮਾ ਨੂੰ ਬਿਆਨ ਭੱਟ ਮਥੁਰਾ ਜੀ ਕਰ ਰਹੇ ਨੇ। ਤੇ ਮੈਂ ਚੰਦ ਮਿੰਟਾਂ ਦੇ ਅੰਦਰ ਜੋ ਹੋਰ ਬਚਦੇ ਨੇ, ਜਿਵੇਂ ਆਪ ਜੀਆਂ ਨੂੰ ਸਿੰਘ ਸਾਹਿਬ ਜੀ ਹੋਣਾ ਨੇ ਬੇਨਤੀਆਂ ਦੇ ਰਾਹੀਂ ਦੱਸਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸ਼ਹੀਦੀ ਦੇ ਜੋ ਇਹ ਦਿਨ ਅਸੀਂ ਮਨਾ ਰਹੇ ਹਾਂ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਆਪਾਂ ਜੀਵਨ ਦੇ ਬਾਰੇ ਬਹੁਤ ਪੜ੍ਹਿਆ, ਬਹੁਤ ਸੁਣਿਆ, ਤੇ ਆਪਾਂ ਵਿਚਾਰ ਇਹ ਕਰਨੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਸ ਪਰਮ ਲਕਸ਼ ਦੇ ਵਾਸਤੇ ਸ਼ਹਾਦਤ ਦੇ ਕੇ ਗਏ ਨੇ, ਉਸ ਪਰਮ ਲਕਸ਼ ਨੂੰ ਅਸੀਂ ਪ੍ਰਾਪਤ ਕਰਨ ਦਾ ਯਤਨ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਜਦੋਂ ਆਪਾਂ ਸ਼ਹਾਦਤ ਦੇ ਬਾਰੇ ਪੜ੍ਹਦੇ ਹੈ, ਉਹਨਾਂ ਦੀਆਂ ਬਰਕਤਾਂ ਦੇ ਬਾਰੇ ਪੜ੍ਹਦੇ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਨੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਿਆਵੈ ਧਾਏ। ਤੇ ਜੋ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸਿਮਰਦਾ ਏ, ਉਹਨਾਂ ਦਾ ਧਿਆਨ ਕਰਦਾ, ਜੀਵਨ ਦੀਆਂ ਮੁਸ਼ਕਲਾਂ ਉਹਨਾਂ ਦੀਆਂ ਹੱਲ ਹੋ ਜਾਂਦੀਆਂ ਨੇ। ਵੇਖੋ ਕਸ਼ਮੀਰ ਦੇ ਪੰਡਤ ਜਾਂ ਹਿੰਦੁਸਤਾਨ ਭਾਰਤ ਦੇ ਪੰਡਤ ਜਾਂ ਜਿੰਨੇ ਵੀ ਔਰੰਗਜ਼ੇਬ ਦੇ ਸਤਾਏ ਹੋਏ ਸਨ, ਉਹਨਾਂ ਸਾਰਿਆਂ ਨੂੰ ਧਰਵਾਸ ਦੇਣ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੰਸਾਰ ਦੇ ਖਾਸ ਕਰਕੇ ਭਾਰਤ ਦੇ ਖਿੱਤੇ ਦੇ ਵਿੱਚ ਵਿਚਰੇ ਨੇ। ਤੇ ਆਪ ਜੀ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰੋਗੇ, ਪੜੋਗੇ, ਬਹੁਤ ਸਾਰੀ ਜਦੋਂ ਬਾਣੀ ਵਿੱਚ ਸ਼ਬਦ ਹਿੰਦੀ ਦੇ ਵਰਤੇ ਨੇ, ਇਹ ਤੋਂ ਪਤਾ ਲੱਗਦਾ ਸਾਰੇ ਸੰਸਾਰ ਨੂੰ ਕਹਿ ਰਹੇ ਨੇ, ਸਾਰੇ ਭਾਰਤ ਨੂੰ ਵੀ ਜਿੱਥੇ ਜਾ ਜਾ ਕੇ ਸਮਝਾ ਰਹੇ ਨੇ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਇਹ ਗੱਲ ਕਹਿੰਦਾ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਇਹ ਗੱਲ ਕਹਿੰਦੇ ਨੇ, ਨਾ ਡਰਨਾ ਤੇ ਨਾ ਡਰਾਉਣਾ। ਸਮੇਂ ਦਾ ਬਾਦਸ਼ਾਹ ਡਰਾਉਂਦਾ ਪਿਆ ਏ। ਕਸ਼ਮੀਰ ਦੇ ਪੰਡਤ ਉੱਥੇ ਆਏ ਨੇ, ਸਾਡੇ ਲਖਾਰੀ ਗਵਾਹੀ ਭਰਦੇ ਨੇ, ਦੁਖੀ ਵਿਪਰ ਕਸ਼ਮੀਰ ਕੇ ਚੱਲ ਆਏ ਪੂਰੀ ਆਨੰਦ, ਬਾਹਾਂ ਹਮਾਰੀ ਪਕੜੀਏ ਸ੍ਰੀ ਹਰਗੋਬਿੰਦ ਕੇ ਨੰਦ। ਆ ਕੇ ਫਿਰ ਬੇਨਤੀ ਕੀ ਕਰਦੇ ਨੇ, ਕਹਿੰਦੇ ਗੁਰੂ ਸਾਹਿਬ ਜੀ ਸਾਡੇ ਉੱਪਰ ਜਿਹੜੇ ਜ਼ੁਲਮ ਹੋ ਰਹੇ ਨੇ ਉਹਦੇ ਵਾਸਤੇ ਤੁਸੀਂ ਹੀ ਕੋਈ ਹੱਲ ਦੱਸ ਸਕਦੇ ਹੋ। ਬੇਨਤੀਆਂ ਜੋਧੜੀਆਂ ਆ ਕੇ ਕਰਦੇ ਨੇ, ਕਹਿੰਦੇ ਨੇ ਉਦਾਹਰਨਾਂ ਵੇਖੋ ਕਿੱਡੀਆਂ ਕਮਾਲ ਦੀਆਂ ਦਿੰਦੇ ਨੇ। ਕਹਿੰਦੇ ਗੱਜ ਕੇ ਬੰਧਨ ਕਾਟਣ ਹਾਰੇ ਤੂੰ ਗੁਰੂ ਨਾਨਕ ਹੈ ਅਵਤਾਰੇ, ਜਿਮ ਦ੍ਰੋਪਦੀ ਕੀ ਰੱਖੀ ਲਾਜ ਦਿਓ ਸਵਾਰ ਸੁਦਾਮੇ ਕਾਜ, ਫਿਰਤ ਆਏ ਪ੍ਰਭ ਥਾਰੇ ਥੱਕ ਪਰਿਓ ਹੋਂ ਤੇਰੇ ਦੁਆਰੇ। हे ਮਾਲਕ ਜੀ ਹੁਣ ਸਾਡੇ ਤੇ ਕਿਰਪਾ ਕਰੋ, ਸਾਨੂੰ ਸਾਡੀ ਅਗਵਾਈ ਕਰਕੇ ਸਾਡਾ ਮਾਰਗ ਦਰਸ਼ਨ ਕਰੋ ਜੀ ਸਾਡਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ, ਕਹਿੰਦੇ ਜਾਓ ਉਸ ਬਾਦਸ਼ਾਹ ਦੇ ਕੋਲ ਸੁਨਾ ਭੇਜ ਦਿਓ, ਜੇ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਮੁਸਲਮਾਨ ਬਣਾਓਗੇ ਅਸੀਂ ਸਾਰੇ ਬਣ ਜਾਵਾਂਗੇ। ਹੁਣ ਸਮਾਂ ਬਤੀਤ ਹੋਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਹੁੰਦੀ ਹੈ, ਦਿੱਲੀ ਵਿੱਚ ਸ਼ਹਾਦਤ ਹੁੰਦੀ ਹੈ। ਸ਼ਹਾਦਤ ਦੇ ਸਮੇਂ ਨਾਲ ਇਹ ਵੀ ਫਰਮਾਨ ਹੈ ਕਿ ਇਹਨਾਂ ਦੇ ਸਰੀਰ ਦੇ ਟੁਕੜੇ ਕੱਟ ਕੇ ਸ਼ਹਿਰ ਦੇ ਦਰਵਾਜ਼ਿਆਂ ਦੇ ਬਾਹਰ ਟੰਗ ਦਿੱਤੇ ਜਾਣ, ਤਾਂ ਕਿ ਕੋਈ ਇਹ ਔਰੰਗਜ਼ੇਬ ਦੇ ਰਾਜ ਵਿੱਚ ਕੋਈ ਇਹੋ ਜਿਹੀ ਗੱਲ ਹੋਰ ਨਾ ਕਰ ਸਕੇ। ਤਾਂ ਉਸ ਸਮੇਂ ਫਿਰ ਜਦੋਂ ਗੁਰੂ ਸਾਹਿਬ ਜੀ ਦੇ ਦੁਲਾਰੇ ਬਾਬਾ ਜੈਤਾ ਜੀ, ਭਾਈ ਲੱਖੀ ਸ਼ਾਹ ਜੀ ਆਦਿਕ ਸਿੱਖਾਂ ਨੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਸਰੀਰ ਦੀ ਸੰਭਾਲ ਕੀਤੀ। ਜਿਵੇਂ ਭਾਈ ਲੱਖੀ ਸ਼ਾਹ ਜੀ, ਬਾਬਾ ਜੈਤਾ ਜੀ ਸਰੀਰ ਨੂੰ ਲੈ ਕੇ, ਤਨ ਨੂੰ ਲੈ ਕੇ ਜਾਂਦੇ ਨੇ ਗੁਰੂ ਸਾਹਿਬ ਜੀ ਦੇ, ਤੇ ਉਸੇ ਤਰ੍ਹਾਂ ਹੀ ਫਿਰ ਸਾਰਾ ਜਿਹੜਾ ਕਾਰਜ ਹੁੰਦਾ ਹੈ। ਸੋ ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਆਪਾਂ ਸ਼ਹੀਦੀ ਦਿਵਸ ਵੀ ਅੱਜ ਮਨਾ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਕਿਰਪਾ ਕਰਨ।
ਗਾਵਿਆ ਸੁਣਿਆ ਗੁਰੂ ਸਾਹਿਬ ਜੀ ਥਾਏ ਪਾਉਣ ਜੀ। ਬਹੁਤ ਧੰਨਵਾਦ ਸਿੰਘ ਸਾਹਿਬ ਜੀਆਂ ਦਾ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਦਾ। ਜਿਹੋ ਸੱਜਣਾ ਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।